ਅੱਜ ਅਸੀਂ ਪਹੁੰਚੇ ਹਾਂ ਟੋਲ ਪਲਾਜ਼ਾ ਲਾਚੋਵਾਲ ਹੁਸ਼ਿਆਰਪੁਰ ਤੇ ਇੱਥੇ ਜਿਹੜਾ 6 ਮਹੀਨੇ ਤੋਂ ਕਿਸਾਨਾਂ ਵੱਲੋਂ ਧਰਨਾ ਜਿਹੜਾ ਦਿੱਤਾ ਜਾ ਰਿਹਾ ਆ। ਅਸੀਂ ਹੁਣ ਇਹਨਾਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਇੱਥੇ ਮੌਜੂਦ ਨੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੇ ਕਿਸਾਨ ਆਗੂ ਤੇ ਇਹਨਾਂ ਨਾਲ ਅਸੀਂ ਹੁਣ ਵਿਚਾਰ ਸਾਂਝੇ ਕਰਾਂਗੇ ਕਿਸਾਨੀ ਸੰਘਰਸ਼ ਬਾਰੇ। ਆਪਣੇ ਕੀ ਸ਼ੁਭ ਨਾਮ ਜੀ ਆਪਣਾ? ਗੁਰਦੀਪ ਸਿੰਘ ਖੁਣ ਜੀ। ਤੇ ਮੈਂ ਦਰਸ਼ਕਾਂ ਨੂੰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹੂੰਗਾ ਕਿਉਂਕਿ ਆਪਾਂ ਟੋਲ ਪਲਾਜ਼ੇ ਤੇ ਬੈਠੇ ਆ ਤੇ ਇੱਥੇ ਜਦੋਂ ਵੀ ਕੋਈ ਗੱਡੀਆਂ ਲੰਘਣੀਆਂ ਤੇ ਆਵਾਜ਼ ਥੋੜੀ ਆਉਣੀ ਆ, ਉਹਦੀ ਡਿਸਟਰਬੈਂਸ ਆਉਣੀ ਆ, ਪਰ ਚਲੋ ਜੋ ਵੀ ਹੈਗਾ। ਤੇ ਹਾਂਜੀ ਆਪਣੇ ਖੁਣ ਸਾਹਿਬ, ਜਿਹੜਾ ਕਿਸਾਨੀ ਸੰਘਰਸ਼ ਆ ਇਹ ਆਪਣਾ ਇੱਥੇ ਜਿਹੜਾ ਤੁਹਾਨੂੰ ਸ਼ੁਰੂ ਕੀਤੇ ਨੂੰ 6 ਮਹੀਨੇ ਹੋ ਗਏ ਆ ਤੇ ਜਿਹੜਾ ਦਿੱਲੀ ਵੀ ਜਿਹੜਾ ਕਿਸਾਨਾਂ ਦਾ ਇਹ ਸੰਘਰਸ਼ ਆ ਲਗਾਤਾਰ ਚੱਲ ਰਿਹਾ ਹੈ, ਜਿਹੜਾ ਦੇਸ਼ ਦਾ ਅੰਨਦਾਤਾ ਆ, ਇਹਨੂੰ ਸੜਕਾਂ ਤੇ ਬਹਿਣਾ ਪੈ ਗਿਆ ਆ ਕੇ। ਵੀ ਕੀ ਤੁਸੀਂ ਕੀ ਸੋਚਦੇ ਇਹਦੇ ਬਾਰੇ? ਦੇਖੋ, ਸਾਨੂੰ ਆਪਣੇ ਪਿੰਡ ਤੋਂ ਤੁਰਿਆਂ ਨੂੰ 15 ਅਗਸਤ ਨੂੰ ਅਸੀਂ ਚੱਲੇ ਸੀ ਤੇ ਉਸ ਦਿਨ ਸਾਰੇ ਪਾਰਟੀਆਂ ਦੇ ਆਗੂ ਸਾਡੇ ਪਿੰਡ 'ਚ ਮੀਟਿੰਗ ਹੋਈ ਸੀ। ਸੰਘਾ ਸਾਹਿਬ ਵੀ ਸਾਡੇ ਨਾਲ ਸੀ, ਹੋਰ ਵੀ ਸਾਰੀਆਂ ਜਥੇਬੰਦੀਆਂ ਸੀ। ਅਸੀਂ ਪਿੰਡ ਤੋਂ ਤਿਆਰੀ ਕੀਤੀ ਸੀ। ਉਹ ਤੋਂ ਬਾਅਦ ਅਸੀਂ ਮਾਰਚ ਛੱਡਣੇ ਸ਼ੁਰੂ ਕੀਤੇ। ਮੋਟਰਸਾਈਕਲ ਮਾਰਚ ਕੱਢਿਆ, ਟਰੈਕਟਰ ਮਾਰਚ ਕੱਢਿਆ 2 ਵਾਰੀ ਅਸੀਂ। ਉਹ ਤੋਂ ਬਾਅਦ ਅਸੀਂ ਇਸ ਟੋਲ ਪਲਾਜ਼ੇ 'ਤੇ 11 ਅਕਤੂਬਰ ਨੂੰ ਸਵੇਰ ਨੂੰ 7 ਵਜੇ ਇਹਨੂੰ ਫ੍ਰੀ ਕੀਤਾ ਸੀ ਤੇ ਸਾਡੇ ਕਿਸਾਨ ਆਗੂ ਜਿਹੜੇ ਨਾਲ ਸਾਡੇ ਉਦਣ ਆ ਗਏ ਸੀ ਤੇ ਅਸੀਂ ਲਗਾਤਾਰ ਇਹਨੂੰ ਜਾਰੀ ਰੱਖਿਆ ਹੈ ਜੀ। ਅਸੀਂ ਇਹਦੇ ਵਿੱਚ ਬਹੁਤ ਸਾਨੂੰ ਕਠਿਨਾਈਆਂ ਵੀ ਆਈਆਂ, ਮੀਂਹ ਆਏ, ਹਨੇਰੀਆਂ ਆਈਆਂ, ਕੋਰੇ ਪਏ ਤੇ ਕਈ ਕੁਛ ਹੋਇਆ। ਤਾਂ ਦਿੱਲੀ ਵੀ ਅਸੀਂ ਜਾਂਦੇ ਹਾਂ, ਦਿੱਲੀ ਵੀ ਇੱਥੋਂ ਸੰਗਤਾਂ ਨੂੰ ਤੋਰਦੇ ਹਾਂ, ਲਗਾਤਾਰ ਤੋਰਦੇ ਹਾਂ। ਸਮਾਨ ਦੀ ਜਿਹੜੀ ਜ਼ਰੂਰਤ ਹੁੰਦੀ ਉਹ ਵੀ ਪੂਰੀ ਅਸੀਂ ਕਰਦੇ ਹਾਂ ਤੇ ਜਿੰਨਾ ਕੁਝ ਸਾਤੋਂ ਇੱਥੋਂ ਵੱਧ ਤੋਂ ਵੱਧ ਹੋ ਸਕਦਾ ਕਰਦੇ। ਮੈਂ ਵੀ 5 ਵਾਰੀ ਦਿੱਲੀ ਗਿਆ ਤੇ ਜਿੱਦਣ ਦਿੱਲੀ ਦੀ ਡਿਊਟੀ ਲੱਗ ਜਾਂਦੀ ਮੈਂ ਉੱਥੇ ਪਹੁੰਚਦਾ ਤੇ ਸਾਡੇ ਜਥੇਦਾਰ ਸਾਹਿਬਾਨ ਕਿਸਾਨ ਵੀ ਪਹੁੰਚਦੇ ਆ ਤੇ ਅਸੀਂ ਪੂਰੀ ਤਨਦੇਹੀ ਨਾਲ ਇੱਥੇ ਕੰਮ ਕਰ ਰਹੇ ਹਾਂ। ਤੇ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਤੋਂ ਜਿਹੜਾ ਇਹ ਸੰਘਰਸ਼ ਸ਼ੁਰੂ ਹੋਇਆ, ਉਸ ਤੋਂ ਬਾਅਦ ਇੱਥੋਂ ਆਪਣੇ ਬੈਰੀਕੇਡ ਤੋੜਨ ਤੋਂ ਬਾਅਦ ਅੱਗੇ ਜਾ ਕੇ ਦਿੱਲੀ ਜਿਹੜਾ ਇਹ ਸੰਘਰਸ਼ ਕਾਫੀ ਮਹੀਨੇ ਹੋ ਗਏ ਇਹਨੂੰ, ਤੇ ਉਸ ਤੋਂ ਬਾਅਦ ਇੱਕ 26 ਤਰੀਕ ਨੂੰ ਜਿਹੜਾ ਵਾਕਿਆ ਹੋਇਆ, ਇਹਦੇ ਬਾਰੇ ਸਾਰਿਆਂ ਦੇ ਆਪਣੇ ਅਲੱਗ-ਅਲੱਗ ਵਿਚਾਰ ਆ। ਉਸ ਤੋਂ ਬਾਅਦ ਜਿਹੜਾ ਕਿਸਾਨ ਆਗੂਆਂ ਵਿੱਚ ਤੇ ਆਪਣੇ ਨੌਜਵਾਨ ਜਿਹੜੇ ਕੁਝ ਹੈਗੇ ਉਹਨਾਂ ਵਿੱਚ ਮਤਭੇਦ ਵੀ ਪੈਦਾ ਹੋਏ ਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿਹੜੀ ਪਹਿਲੀ ਅਸੀਂ 26 ਤਰੀਕ ਨੂੰ ਗਏ ਸੀ, ਅਸੀਂ ਨਾਲ ਸੀ। ਇੱਥੋਂ ਸਾਡੇ ਟਰੈਕਟਰ ਚੱਲੇ ਸੀ, ਟਰੈਕਟਰ ਪਹੁੰਚ ਗਿਆ ਸੀ ਫਤਿਹਗੜ੍ਹ ਸਾਹਿਬ ਤੋਂ, ਮੁੜ ਕੇ ਉਹ ਸ਼ੰਭੂ ਬਾਰਡਰ 'ਤੇ ਪਹੁੰਚ ਗਏ। ਸਾਡੇ ਕੋਲ ਆਪਣੇ ਕੋਲ ਟੈਂਪੂ ਟਰੈਵਲਰ ਸੀ ਜਿਹਦੇ ਅਸੀਂ 12-13 ਜਾਣੇ ਸੀ। ਅਸੀਂ ਸਾਰੀ ਰਾਤ ਨਹੀਂ ਸੁੱਤੇ। ਜਿੱਦਾਂ ਸ਼ੰਭੂ ਬਾਰਡਰ ਵਾਲਾ ਤੋੜਿਆ, ਉਹ ਸਾਤੋਂ 10 ਕੁ ਮਿੰਟ ਪਹਿਲਾਂ ਜਿੱਦਾਂ ਸਾਨੂੰ ਰਾਜੇਵਾਲ ਸਾਹਿਬ ਸੀ, ਸਾਰੇ ਸੀ, ਉਹਨੇ ਬਿਠਾ ਲਿਆ ਸੀ ਵੀ ਜਿੱਥੇ ਹੈਗੇ ਰੁਕ ਜਾਓ। ਪਰ ਨੌਜਵਾਨ ਉਸ ਨਾਲ ਬਹੁਤ ਜੋਸ਼ ਸੀ, ਅਸੀਂ ਵੀ ਉਹਨਾਂ ਨਾਲ ਚੱਲ ਗਏ। ਉਹ ਸਾਡੇ ਜਾਂਦੇ ਨੂੰ ਤੋੜ ਚੁੱਕੇ ਸੀ, ਜਿਵੇਂ ਕਹਾਂ ਮੈਂ ਤੋੜਿਆ ਨਹੀਂ। ਉਹ ਤੋਂ ਬਾਅਦ ਅਸੀਂ ਕਿਸੇ ਨਾਕੇ 'ਤੇ ਵੀ ਘੱਟ ਨਹੀਂ ਕੀਤੀ। ਸਾਡੀਆਂ ਅੱਖਾਂ ਵੀ ਖਰਾਬ ਹੋਈਆਂ, ਅਥਰੂ ਗੈਸ ਵੀ ਲੱਗੀ, ਅਸੀਂ ਪੱਥਰ ਵੀ ਪਰੇ ਕੀਤੇ, ਹੱਥ ਵੀ ਛਿੱਲ ਹੋਏ। ਉਹ ਪੂਰੀ ਰਾਤ ਮੈਂ ਤੇ ਮੇਰੇ ਜਿਹੜੇ ਸਾਥੀ ਸੀ ਜਾਗਦੇ ਰਹੇ ਤੇ ਅਸੀਂ ਦਿੱਲੀ ਪਹੁੰਚੇ। ਉਹਦੇ ਵਿੱਚ ਮੈਂ ਦੀਪ ਸਿੱਧੂ ਨੂੰ ਦੇਖਿਆ ਉੱਥੇ 3-4 ਵਾਰ, ਲੱਖੇ ਸਿਧਾਣੇ ਨੂੰ ਦੇਖਿਆ। ਉਹਨੇ ਬੜੀ ਮਿਹਨਤ ਕੀਤੀ ਉਹਦੇ ਵਿੱਚ। ਇੱਕ ਕਰਨਾਲ ਤੋਂ ਅੱਗੇ ਲੰਘ ਕੇ ਕਾਫੀ ਅੱਗੇ ਜਾ ਕੇ ਦਿੱਲੀ ਦੇ ਲਾਗੇ ਜਿਹੜੇ ਬਹੁਤ ਟੋਏ ਪੜਤੇ ਸੜਕ 'ਚ, ਉਹ ਖਰਾਬ ਹੋ ਗਿਆ ਸੀ ਕਾਫੀ। ਰਸਤਾ ਇਹ ਨਹੀਂ ਕਰ ਦਿੱਤਾ ਇਹ ਵੀ ਲੋਕ ਨਾ ਲੰਘਣ। ਜਿੱਦਾਂ ਉਹ ਅਸੀਂ 2 ਵਜੇ ਉੱਥੇ ਪਹੁੰਚੇ ਸੀ ਰਾਤ ਨੂੰ। ਦੀਪ ਸਿੱਧੂ ਹੁਣੇ ਸਾਈਡ 'ਤੇ ਲੱਗੇ ਸੀ, ਉਹ ਵੀ ਨਾਲ ਕਰਦੇ ਜਾਂਦੇ ਸੀ। ਉੱਥੇ ਜਿੱਦਾਂ ਅਸੀਂ ਗਏ ਤੇ ਉਹ ਕਹਿੰਦੇ ਵੀ ਤੁਹਾਡੇ ਹੱਥਾਂ ਨਾਲ ਤਾਂ ਹੋਣਾ ਨਹੀਂ। ਅਸੀਂ 70 ਮੀਲ ਹੋਟਲ ਤੋਂ ਤਕਰੀਬਨ 4 ਕਿਲੋਮੀਟਰ ਪੈਦਲ ਗਏ ਸੀ ਚੱਲ ਕੇ ਰਾਤ ਨੂੰ। ਉੱਥੇ ਅਸੀਂ 2:30 ਵਜੇ ਪਹੁੰਚੇ ਸੀ। ਅਸੀਂ ਉੱਥੇ 70 ਮੀਲ ਹੋਟਲ 'ਤੇ ਕੱਪ ਚਾਹ ਦਾ ਪੀਤਾ ਤਾਂ ਪੈਦਲ ਚੱਲ ਗਏ। ਟੈਂਪੂ ਡਰਾਈਵਰ ਉੱਥੇ ਰਹਿ ਗਿਆ। ਸਾਡੇ ਕੋਲ ਉੱਥੇ ਕੁਝ ਹੋ ਨਹੀਂ ਸਕਿਆ। ਜਿੰਨੇ ਜੋਗੇ ਸੀ ਅਸੀਂ ਕੀਤਾ। ਅਸੀਂ ਵਿੱਚ ਬਹੁਤ ਡੂੰਘਾਈ 'ਚ ਵੜਨਾ ਪੈਂਦਾ ਸੀ। ਉੱਥੇ ਨੌਜਵਾਨ ਆਏ, ਕਹਿੰਦੇ ਬਾਬਾ ਜੀ ਤੁਸੀਂ ਜਾਓ, ਤੁਸੀਂ ਟਰਾਲੀਆਂ ਲਿਆਓ, ਅਸੀਂ ਰਾਹ ਕਰ ਦੇਣਾ ਸਹੀ। ਉਹ ਤੜਕੇ ਰਾਹ ਸਹੀ ਹੋ ਗਿਆ ਸੀ 1.5 ਘੰਟੇ ਬਾਅਦ JCB ਨਾਲ। ਉਹਨਾਂ ਦੀ ਬਦੌਲਤ ਆ ਨੌਜਵਾਨਾਂ ਦੀ। ਨੌਜਵਾਨ ਸਾਨੂੰ ਦਿੱਲੀ ਲੈ ਗਏ। ਅਸੀਂ ਪਹਿਲਾ ਰੱਸਾ ਜਿੱਲਾ ਅਸੀਂ ਨਾਲ ਹੋ ਕੇ ਫੜਿਆ, ਲੋਕਾਂ ਨੂੰ ਬਿਠਾ ਲਿਆ ਦਿੱਲੀ ਜਿਹੜੀਆਂ ਬਾਰਡਰ 'ਤੇ ਜਿੱਥੇ ਹੁਣ ਸਾਡੇ ਕਿਸਾਨ ਬੈਠੇ ਆ। ਉਹ ਤਾਰਾਂ ਵੀ ਖਿੱਚੀਆਂ ਨੌਜਵਾਨਾਂ ਨੇ ਜੀਪਾਂ ਨਾਲ ਪਾ ਕੇ। ਉੱਥੇ ਲੱਖਾ ਸਿਧਾਣਾ ਸੀ, ਉਹਨੇ ਬਿਠਾ ਲਿਆ। ਉਹੋ ਹੀ ਲੱਖੇ ਸਿਧਾਣੇ ਕੋਲ ਜਿਹੜੀ ਜੀਪ ਸੀ ਉਹਦੇ ਉੱਤੇ ਸਪੀਕਰ ਫਿੱਟ ਸੀ, ਉੱਥੇ ਉਹੋ ਹੀ ਮਾਈਕ ਦਿੱਤੇ ਤੇ ਧੂ ਕੇ ਲੈ ਗਿਆ ਦਿੱਲੀ ਤੱਕ ਉਹ ਕਿਸਾਨਾਂ ਨੂੰ।
ਅੱਜ ਉਹਨਾਂ ਦੀ ਬਦੌਲਤ ਉੱਥੇ ਬੈਠੇ ਆ। ਜਿਹੜੀ ਤੁਸੀਂ 26 ਜਨਵਰੀ ਦੀ ਗੱਲ ਕਹੀ ਆ, ਉਹ ਅਸੀਂ ਵੀ, ਮੇਰੇ ਆ ਦੇਖ ਲਿਓ ਪੈਰਾਂ ਦੇ ਨਹੁੰ ਪੂਰੇ ਕਾਲੇ ਹੋ ਗਏ ਸੀ। ਮੈਂ ਪੈਦਲ ਤੁਰ ਕੇ ਗਿਆ ਲਾਲ ਕਿਲ੍ਹੇ ਤੱਕ। ਅਸੀਂ ਲਾਲ ਕਿਲ੍ਹੇ ਨਹੀਂ ਪਹੁੰਚ ਸਕੇ, ਸਾਡਾ ਗਰੁੱਪ ਜਿਹੜਾ ਤੁਰਿਆ ਸੀ ਪੈਦਲ। ਤੇ ਅਸੀਂ ਵੀ ਕੇਸਰੀ ਨਿਸ਼ਾਨ ਸਾਹਿਬ ਚੱਕਿਆ ਸੀ, ਨਾਲ ਅਸੀਂ ਕਿਸਾਨੀ ਨਿਸ਼ਾਨ ਸਾਹਿਬ ਚੱਕਿਆ ਸੀ। ਜੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਹੁੰਦੀ ਆ, ਕੇਸਰੀ ਨਿਸ਼ਾਨ ਸਾਹਿਬ ਸਾਡਾ ਜਿੱਤ ਦਾ ਪ੍ਰਤੀਕ ਆ। ਜਦੋਂ ਅਸੀਂ ਸਰਹੱਦਾਂ ਤੇ ਲੜਦੇ ਹਾਂ ਤੇ ਉੱਥੇ ਅਸੀਂ ਕੇਸਰੀ ਨਿਸ਼ਾਨ ਸਾਹਿਬ ਗੱਡਦੇ ਹਾਂ, ਉਹ ਗੁਰੂ ਦੀ ਨਿਸ਼ਾਨੀ ਆ ਸਾਡੀ। ਜਦੋਂ ਫੌਜ ਜਾਂਦੀ ਆ ਉਹਦੇ ਮੂਹਰੇ ਕੇਸਰੀ ਨਿਸ਼ਾਨ ਸਾਹਿਬ ਵੀ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਵੀ ਹੁੰਦਾ। ਪਰ ਜੇ ਦੇਖਿਆ ਜਾਵੇ ਇਹਨੂੰ ਤਾਂ ਜਿਹੜਾ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ, ਜਿਹੜਾ ਕੇਸਰੀ ਨਿਸ਼ਾਨ ਸਾਹਿਬ ਉੱਥੇ ਚੜਾਇਆ ਗਿਆ, ਇਹਨੂੰ ਬਾਰ-ਬਾਰ ਖਾਲਿਸਤਾਨ ਨਾਲ ਜੋੜ ਕੇ ਜਾਂ ਪਾਕਿਸਤਾਨ ਨਾਲ ਜੋੜ ਕੇ ਦਿਖਾਇਆ ਗਿਆ। ਦੇਖੋ ਇਹ ਤਾਂ ਬਹੁਤ ਵਾਰੀ ਸਾਨੂੰ ਖਾਲਿਸਤਾਨੀ ਬਣਾ ਦਿੰਦੇ, ਅੱਤਵਾਦੀ ਬਣਾ ਦਿੰਦੇ, ਬਹੁਤ ਕੁਝ ਸਾਨੂੰ ਕਹਿ ਦਿੰਦੇ ਆ। ਲੇਕਿਨ ਖਾਲਿਸਤਾਨ ਦੀ ਜਿਹੜੀ ਖਾਲਿਸਤਾਨੀ ਬੰਦਾ, ਉਹਦੀ ਇਹਨਾਂ ਪਰਿਭਾਸ਼ਾ ਦੇ ਨੇ ਪਤਾ। ਇੱਕ ਖਾਲਸ ਹੋਣਾ, ਮਜ਼ਲੂਮ ਦੀ ਰੱਖਿਆ ਕਰਨੀ, ਹੱਕ ਸੱਚ ਲਈ ਲੜਨਾ, ਇਨਸਾਫ ਲਈ ਲੜਨਾ। ਉਹਨੂੰ ਜੋ ਮਰਜ਼ੀ ਕਹਿ ਦਿਓ, ਉਹਨੂੰ ਖਾਲਿਸਤਾਨੀ ਬਣਾ ਦਿਓ, ਉਹਨੂੰ ਅੱਤਵਾਦੀ ਬਣਾ ਦਿਓ, ਪਰ ਸੱਚ ਤੇ ਖੜਨਾ, ਸਰਬੱਤ ਦੇ ਭਲੇ ਦੀ ਗੱਲ ਕਰਨੀ। ਜਿਹੜਾ ਬੰਦਾ ਸਰਬੱਤ ਦਾ ਭਲਾ ਕਰਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸਿਖਾਇਆ, ਸਰਬੱਤ ਦੇ ਭਲੇ, ਚਾਹੇ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਸਿੱਖ ਹੋਵੇ, ਸਾਡੇ ਭਰਾ ਆ ਸਾਰੇ, ਸਾਡੇ ਭਰਾ ਆ ਸਾਰੇ। ਉਹ ਬਾਰ-ਬਾਰ ਉਹਨੂੰ ਰੰਗਤ ਦੇ ਰਹੇ ਆ। ਸਾਡੇ ਜਿਹੜਾ ਸੰਘਰਸ਼ ਹੈ ਇਹਨੂੰ ਖਰਾਬ ਕਰ ਰਹੇ ਆ। ਖਾਲਸਾ ਨਿਸ਼ਾਨ ਸਾਹਿਬ ਖੰਡੇ ਵਾਲਾ, ਉਹ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਥੋੜ੍ਹਾ ਆ, ਉਹ ਤਾਂ ਸਾਡਾ ਨਿਸ਼ਾਨ ਸਾਹਿਬ ਆ, ਸਾਡਾ ਸਿੱਖ ਕੌਮ ਦਾ ਪ੍ਰਤੀਕ ਆ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤਾ ਸਾਨੂੰ, ਉਹ ਉੱਥੇ ਚਾੜਿਆ। ਅਤੇ ਜਿੱਦਣ ਬਾਬਾ ਬਘੇਲ ਸਿੰਘ ਨੇ ਚਾੜਿਆ ਸੀ, ਬੰਦਾ ਸਿੰਘ ਬਹਾਦਰ ਨੇ ਚਾੜਿਆ ਸੀ, ਉਦਣ ਸਾਰੇ ਖੁਸ਼ ਹੁੰਦੇ ਸੀ। ਅਤੇ ਲਾਲ ਕਿਲ੍ਹਾ ਤਾਂ ਦੇ ਹੀ ਅਡਾਨੀਆਂ ਅਤੇ ਅਵਾਨੀਆਂ ਨੂੰ ਦਿੱਤਾ ਆ, ਗਿਰਵੀ ਰੱਖਤਾ ਮੋਦੀ ਨੇ। ਇਹ ਕੋਈ ਉਹ ਗੱਲ ਨਹੀਂ ਸੀ। ਨੌਜਵਾਨ ਜੇ ਗਏ ਆ ਉੱਧਰ ਨੂੰ, ਉਹਨਾਂ 'ਚ ਜੋਸ਼ ਸੀਗਾ, ਜੋਸ਼ ਨਾਲ ਗਏ ਆ। ਅਤੇ ਕਿਸਾਨਾਂ ਨੂੰ ਵੀ ਚਾਹੀਦਾ, ਸਾਡੇ ਕਿਸਾਨ ਜਿਹੜੇ ਆਗੂ ਆ, ਵੀ ਇਹਨਾਂ ਦੇ ਪੁੱਤਰ ਹੀ ਆ। ਨਹੀਂ, ਬਿਲਕੁਲ। ਇੱਕ ਹੋਰ ਬਹੁਤ ਸਵਾਲ ਵੱਡਾ ਇੱਥੇ ਖੜਾ ਹੁੰਦਾ ਆ ਵੀ ਤੁਸੀਂ ਕਹਿੰਦੇ ਆ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਸੰਘਰਸ਼ ਵਿੱਚ ਹੁਣ ਤੱਕ, ਪਰ ਸਟੇਜ ਉੱਤੋਂ ਇਹਨਾਂ ਲਈ ਸ਼ਬਦ ਅਪਸ਼ਬਦ ਵੀ ਕੁਝ ਬੋਲੇ ਗਏ, ਜਿੱਦਾਂ ਗਦਾਰ ਤੱਕ ਵੀ ਇਹਨਾਂ ਨੂੰ ਕਿਹਾ ਗਿਆ। ਇਹਦੇ ਵਿੱਚ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਫਿਰ? ਬਹੁਤ ਵੱਡਾ ਸਵਾਲ ਆ ਇਹ। ਬਿਲਕੁਲ, ਸਾਨੂੰ ਪਤਾ ਉਹਨਾਂ ਨੂੰ ਗਰਦਾਰ ਤੱਕ ਕਿਹਾ ਗਿਆ, ਲੱਖੇ ਸਿਧਾਣੇ ਨੂੰ ਕਿਹਾ ਗਿਆ, ਦੀਪ ਸਿੱਧੂ ਨੂੰ ਕਿਹਾ ਗਿਆ, ਉਹਦੇ ਸਾਹਮਣੇ ਨਾਅਰੇ ਲਵਾਏ ਗਏ, ਉਹਨਾਂ ਦੇ ਇਨਾਮ ਰੱਖ ਹੋਏ, ਉਹ ਜੇਲ੍ਹਾਂ 'ਚ ਆ। ਅਤੇ ਅੱਜ ਮਾਸਤੂਆਣੇ ਜਿਹੜੀ ਰੈਲੀ ਹੋਈ ਆ ਜਾਂ ਮਹਾਰਾਜ ਹੋਈ ਆ, ਉਹ ਕਿੱਡੇ ਵੱਡੇ ਇਕੱਠ ਸੀ। ਮਾਸਤੂਆਣੇ ਦੀ ਰੈਲੀ ਦੇ ਵਿੱਚ ਸਰਜੀਤ ਸਿੰਘ ਫੂਲ ਕਹਿੰਦਾ ਵੀ ਸਾਡੇ ਪੁੱਤਰ ਆ। ਸਰਜੀਤ ਸਿੰਘ ਫੂਲ ਵੀ ਉਸ ਜਥੇਬੰਦੀ ਦਾ ਅੰਗ ਹੈ ਨਾ ਇੱਕ। ਉਹ ਕਹਿੰਦਾ ਸਾਡੇ ਪੁੱਤ ਆ ਲੱਖਾ ਸਿਧਾਣਾ, ਦੀਪ ਸਿੱਧੂ। ਪਰ ਵੱਡਾ ਸਵਾਲ ਤਾਂ ਇਹ ਹੈ ਵੀ ਜਿਨ੍ਹਾਂ ਨੇ ਉਹਨਾਂ ਨੂੰ ਗਦਾਰ ਕਿਹਾ, ਜਿਨ੍ਹਾਂ ਨੇ ਉਹਨਾਂ ਨੂੰ ਗਰਦਾਰ ਕਿਹਾ ਜੀ, ਉਹ ਦੇਖੋ ਉਹਨਾਂ ਦੀ ਗਲਤੀ ਆ, ਵੱਡੀ ਗਲਤੀ ਆ। ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ। ਉਹ ਵੀ ਆਪਣੇ ਤੌਰ 'ਤੇ ਕੰਮ ਕਰਦੇ ਅਤੇ ਇਹ ਨੌਜਵਾਨ ਵੀ ਆਪਣੇ ਤੌਰ 'ਤੇ ਕੰਮ ਕਰਦੇ ਸੀ। ਇੱਕ ਸਾਡੀ ਇੱਦਾਂ ਸੰਗਠਨ ਸੀ, ਇੱਕ ਅਸੀਂ ਯੂਨਿਟੀ ਸੀ। ਇਹਨਾਂ ਨੂੰ ਜੇ ਹੁਣ ਗੱਲ ਕੀਤੀ ਜਾਵੇ ਵੀ ਹੁਣ ਜਿਹੜਾ ਆਪਸੀ ਮਤਭੇਦ ਹੈ ਇਹ ਸਹੀ ਹੈ ਜਾਂ ਹੱਲੇ ਵੀ ਚੱਲ ਰਿਹਾ ਹੈ? ਦੇਖੋ, ਮਤਭੇਦ ਮਿਟ ਜਾਣਾ, ਖਤਮ ਹੋ ਜਾਣਾ। ਜਿਹੜੇ ਗਰਦਾਰ ਕਹਿਣੇ ਵਾਲੇ ਹੋ ਸਕਦਾ ਉਹ ਹੀ ਲਾਂਭੇ ਹੋ ਜਾਣ। ਕੋਈ ਮਤਭੇਦ ਮਿਟੂਗਾ, ਬਿਲਕੁਲ ਮਿਟੂਗਾ। ਸੰਘਰਸ਼ ਜਿੱਤਿਆ ਹੀ ਉਦੋਂ ਜਾਊਗਾ ਜਦੋਂ ਨੌਜਵਾਨਾਂ ਨੂੰ ਨਾਲ ਲੈ ਕੇ ਸਾਰੇ ਸਾਡੇ ਕਿਸਾਨ ਆਗੂ ਤੁਰ ਪਣਗੇ। ਰਾਜੇਵਾਲ ਵੀ ਮਹਿਸੂਸ ਕਰਦੇ ਆ, ਸਾਰੇ ਮਹਿਸੂਸ ਕਰ ਰਹੇ ਆ ਵੀ ਇਹ ਜਿਹੜਾ ਗਰਦਾਰ ਸ਼ਬਦ ਇਹਨਾਂ ਨੂੰ ਨਹੀਂ ਸੀ ਕਹਿਣਾ ਚਾਹੀਦਾ। ਦੇਖੋ ਖੁੰਕਮ ਸਾਹਿਬ, ਜਿੱਦਾਂ ਜਿਹੜਾ 26 ਤਰੀਕ ਦੀ ਘਟਨਾ ਹੋਈ ਆ, ਉਸ ਤੋਂ ਬਾਅਦ ਦੀਪ ਸਿੱਧੂ ਵੀ ਗ੍ਰਿਫਤਾਰ ਹੋਇਆ, ਤਾਂ ਉਸ ਤੋਂ ਬਾਅਦ ਹੋਰ ਵੀ ਕਈ ਕਿਸਾਨ ਜਿਹੜੇ ਗ੍ਰਿਫਤਾਰ ਹੋਏ ਆ, ਅਤੇ ਇਹਨਾਂ ਦਾ ਜਿਹੜਾ ਹੁਣ ਤੱਕ ਮੇਰਾ ਖਿਆਲ ਕਾਫੀ ਤਾਂ ਰਿਹਾ ਵੀ ਹੋ ਗਏ ਆ, ਪਰ ਹੱਲੇ ਕੁਝ ਬਾਕੀ ਰਹਿੰਦੇ ਵੀ ਆ ਜਾਂ ਸਾਰੇ ਰਿਹਾ ਹੋ ਚੁੱਕੇ ਹੁਣ ਤੱਕ? ਹਜੇ ਕਾਫੀ ਨੌਜਵਾਨ ਰਹਿੰਦੇ ਆ। ਦਿੱਲੀ ਜਿਹੜੀ ਸ਼੍ਰੋਮਣੀ ਕਮੇਟੀ ਆ, ਉਹਨਾਂ ਦਾ ਬੜਾ ਉਪਰਾਲਾ ਹੈ। ਦੇਖੋ, ਜਿਨ ਕੀਤਾ ਸੀ ਉਹਨੂੰ ਕਵਾਂਗੇ, ਚਾਹੇ ਕੋਈ ਮੇਰਾ ਉਹਨਾਂ ਨਾਲ ਮਨੋਮਨੀ ਕੋਈ ਸਾਡਾ ਮਤਭੇਦ ਵੀ ਹੋਵੇ, ਪਰ ਉਹਨੇ ਮਿਹਨਤ ਕੀਤੀ ਸਰਸਾ ਸਾਹਿਬ ਨੇ। ਅਤੇ ਕਿਸਾਨ ਜਥੇਬੰਦੀਆਂ ਦਾ ਇਹਨਾਂ ਦੀ ਗ੍ਰਿਫਤਾਰੀ 'ਤੇ ਕੀ ਸਟੈਂਡ ਆ ਹੁਣ ਵੀ? ਕਿਸਾਨ ਜਥੇਬੰਦੀਆਂ ਸਟੇਜ ਤੋਂ ਕਦੀ ਕਹਿੰਦੀਆਂ ਵੀ ਅਸੀਂ, ਦੇਖੋ ਸਭ ਤੋਂ ਵੱਡੀ ਗੱਲ ਤਾਂ ਸਾਡਾ ਜਿਹੜਾ ਨਵਨੀਤ ਦਾ ਪੁੱਤਰ ਸ਼ਹੀਦ ਹੋ ਗਿਆ, ਬਾਪੂ ਜੀ ਦਾ, ਹਰਦੀਪ ਸਿੰਘ ਹੋਣਾ ਦਾ, ਕਿੱਡੀ ਆ ਵੱਡੀ ਗੱਲ। ਅਤੇ ਕਿਸਾਨ ਜਥੇਬੰਦੀ ਨੂੰ ਉਦੋਂ ਸ਼ਹੀਦ ਐਲਾਨ ਦੇਣਾ ਚਾਹੀਦਾ ਸੀ। ਅਸੀਂ ਆਪਣੇ ਇਲਾਕੇ ਸਾਡੇ ਕੁਲਵਿੰਦਰ ਸਿੰਘ ਵੈਸ ਤੌਰ ਤੋਂ ਅਸੀਂ ਉਹਦੇ ਘਰ ਗਏ ਹਾਂ, ਸੇਵਾ ਵੀ ਦੇ ਕੇ ਆਏ, ਜੋ ਸਾਤੋਂ ਇੱਥੇ ਸਰਿਆ ਉੱਥੇ ਨਿੰਮਾ ਹੋਇਆ, ਨਿਰਮਲ ਨਿੰਬਾ ਰੰਧਾਵਿਆਂ ਤੋਂ, ਉਹਦੇ ਅਸੀਂ 25,000 ਉਦਣ ਦੇ ਕੇ ਆਏ। ਲੱਖ ਰੁਪਈਆ ਸੰਗਤ ਚੈਨਲ ਵਾਲੇ ਆਏ, ਮੈਂ ਨਾਲ ਗਿਆ ਦੇ ਕੇ ਆਏ ਹਾਂ। ਇੱਥੇ ਕੁਲਵਿੰਦਰ ਦੇ ਘਰ ਵਾਲੀ
ਉਹਨਾਂ ਦੇ ਬੱਚੇ ਨੂੰ ਲੱਖ ਰੁਪਈਆ ਦੇ ਕੇ ਆਏ ਆ। ਸਾਰੇ ਥਾਂ ਜਾਂਦੇ ਆ। ਕਿਸਾਨ ਜਥੇਬੰਦੀਆਂ ਨੂੰ ਇੱਕੋ ਮੇਰੀ ਤਾਂ ਬੇਨਤੀ, ਹੱਥ ਜੋੜ ਕੇ, ਸਾਡੇ ਬਜ਼ੁਰਗ ਆ ਸੰਯੁਕਤ ਮੋਰਚੇ ਵਾਲੇ, ਸਾਡੇ ਮਤਲਬ ਆਗੂ ਆ, ਉਹਨਾਂ ਨੂੰ ਚਾਹੀਦਾ ਆਪਣੇ ਪੁੱਤਰਾਂ ਨੂੰ ਇਦਾਂ ਨਾ ਕਹਿਣ, ਇਹਨਾਂ ਨੂੰ ਕੜਾਵੇ 'ਚ ਲੈ ਕੇ ਤੁਰਨ, ਪੁੱਤਰੋ ਤੁਸੀਂ ਮੋਹਰੇ ਹੋ ਕੇ ਕੰਮ ਕਰਨਾ, ਅਸੀਂ ਤੁਹਾਡੇ ਨਾਲ ਆ। ਇਹਨਾਂ ਨੂੰ ਸੰਭਲਣਾ ਚਾਹੀਦਾ, ਕਿਉਂਕਿ ਬਾਰ-ਬਾਰ ਇਹ ਸੰਘਰਸ਼ ਨਹੀਂ ਲੜੇ ਜਾਣੇ। ਸਾਨੂੰ 6 ਮਹੀਨੇ ਹੋ ਗਏ ਜਾਂ 8 ਮਹੀਨੇ ਤੁਰਿਆਂ ਨੂੰ ਹੋ ਗਏ ਆ ਘਰੋਂ, ਤੇ ਅਸੀਂ ਘਰੋਂ ਨਿਕਲੇ ਹੋ ਆ, ਸਾਡੇ ਬਜ਼ੁਰਗ ਆ ਸਾਰੇ ਨਿਕਲੇ ਹੋ ਆ, ਤੁਰੇ ਹੋ, ਅਸੀਂ ਸਭ ਕੁਝ ਛੱਡ ਦਿੱਤਾ। ਪਰ ਸਾਡੇ ਬਜ਼ੁਰਗ ਅੱਗੇ ਚਾਹੀਦਾ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਚੜਨ, ਗਲਵਕੜੀ 'ਚ ਲੈ ਕੇ ਚੜਨ, ਤੇ ਲੱਖੇ ਸਿਧਾਣੇ ਵੀ ਦੇਣਾ, ਦੀਪ ਸਿੱਧੂ ਦੀ ਵੀ ਦੇਣਾ, ਕੁਲਵਿੰਦਰ ਸਿੰਘ ਜਿਹੜਾ ਗ੍ਰਾਂਥੀ ਸਿੰਘ ਫੜ ਹੋਏ ਆ ਉਹਨਾਂ ਦੀ ਵੀ ਦੇਣਾ, ਸਾਰਿਆਂ ਦੀ ਦੇਣਾ। ਉੱਥੇ ਹਰ ਇੱਕ ਦਾ ਹਿੱਸਾ ਹੈ। ਇਹ ਸਾਡੇ ਪੰਜਾਬ ਦੀ ਹੋਂਦ ਦੀ ਲੜਾਈ ਆ, ਹੁਣ ਹੋਂਦ ਦੀ ਵੀ ਲੜਾਈ ਆ। ਜਿੱਥੇ ਤਿੰਨਾਂ ਬਿੱਲਾਂ ਦੀ ਉੱਥੇ ਹੋਂਦ ਦੀ ਵੀ ਆ। ਇੱਥੇ ਜਿਹੜਾ ਮਜ਼ਦੂਰ ਉਹਦੀ ਵੀ ਲੜਾਈ ਆ, ਦੁਕਾਨਦਾਰ ਦੀ ਵੀ ਲੜਾਈ ਆ, ਜਿੱਦਾਂ ਤੁਸੀਂ ਪ੍ਰੈਸ ਵਾਲੇ ਤੁਹਾਡੀ ਵੀ ਇਹ ਲੜਾਈ ਆ, ਆੜਤੀਆਂ ਦੀ ਵੀ ਲੜਾਈ ਆ। ਜੇ ਲੜਾਈ ਨਹੀਂ ਜਿੱਤੀ ਜਾਂਦੀ ਤੇ ਪੰਜਾਬ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ। ਦੇਖੋ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਲੱਖਾ ਸਿਧਾਣਾ ਆ ਹੱਲੇ ਵੀ ਵਾਂਟਡ ਆ ਉਹ, ਤੇ ਉਹ ਹੱਲੇ ਤੱਕ ਫੜਿਆ ਨਹੀਂ ਗਿਆ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕਹਿ ਲਈਏ ਅਸੀਂ। ਉਹ ਆਪਣੀ ਰੈਲੀ 'ਚ ਵੀ ਆਇਆ, ਉਹਨੇ ਉੱਥੇ ਭਾਸ਼ਣ ਵੀ ਕੀਤਾ ਤੇ ਉੱਥੋਂ ਨਿਕਲ ਗਿਆ। ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਕੀ ਸਟੈਂਡ ਲੈਂਦੀਆਂ ਪਏ, ਉਹ ਹੱਲੇ ਉਹਦੇ ਨਾਲ ਨੇ ਜਾਂ ਹੁਣ ਉਹ ਅਲੱਗ ਆ ਇੱਕ? ਦੇਖੋ ਜਿਸ ਦਿਨ ਰੈਲੀ 'ਚ ਆਇਆ ਸੀ ਮੈਂ ਵੀ ਉੱਥੇ ਸੀ, ਜਿਸ ਤਰ੍ਹਾਂ ਲੱਖਾ ਸਿਧਾਣਾ ਬੋਲਿਆ ਉਦੋਂ ਬਾਅਦ ਉਹ ਜਿਹੜਾ ਗਿਆ ਸੀ ਵੀ ਉੱਥੇ ਸੀ, ਨਾਲ ਸੀ ਅਸੀਂ ਉਹਦੇ। ਲੇਕਿਨ ਕਿਸਾਨ ਜਥੇਬੰਦੀਆਂ ਕੀ ਸਟੈਂਡ ਲੈਂਦੀਆਂ, ਮੈਂ ਤਾਂ ਇਹ ਕਹਿਣਾ ਉਹਨੇ ਫੁੱਲ ਖੁੱਲ੍ਹ ਕੇ ਸਟੈਂਡ ਲੈਣਾ ਚਾਹੀਦਾ। ਉਹਨੂੰ ਇਹਨਾਂ ਨੂੰ ਸਟੇਜ 'ਤੇ ਲਿਆਉਣਾ ਚਾਹੀਦਾ। ਉਹ ਡਰਦਾ ਨਹੀਂ ਗ੍ਰਿਫਤਾਰੀ ਦੇਣ, ਉਹ ਨਹੀਂ ਡਰਦਾ। ਜੇ ਲੋੜ ਪਈ ਤਾਂ ਗ੍ਰਿਫਤਾਰ ਹੋ ਜਾਊਗਾ, ਕੋਈ ਐਸੀ ਗੱਲ ਨਹੀਂ। ਤੇ ਜੇ ਆਪਣੇ ਬੱਚਿਆਂ ਦੇ ਇਨਾਮ ਰਖਾ ਕੇ ਅਸੀਂ ਖੜੇ ਨਾ ਹੋਈਏ ਉਹਨਾਂ ਨਾਲ, ਤੇ ਉਹ ਵੀ ਸਾਡੇ ਲਈ ਮਾੜੀ ਗੱਲ ਆ। ਕਿਸਾਨ ਪਰ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਵੀ ਕੀ ਇਹ ਉਹਨਾਂ ਦੀ ਨਾਕਾਮੀ ਆ ਪ੍ਰਸ਼ਾਸਨ ਦੀ, ਸਰਕਾਰ ਦੀ, ਜਾਂ ਇੱਕ ਕੋਈ ਚਾਲ ਹੋ ਸਕਦੀ ਆ ਵੀ ਹੁਣ ਤੱਕ ਉਹਦੀ ਗ੍ਰਿਫਤਾਰੀ ਨਾ ਹੋਣਾ? ਨਹੀਂ ਦੇਖੋ ਚਾਲ ਨਹੀਂ, ਤੁਸੀਂ 84 ਤੋਂ ਲੈ ਕੇ ਦੇਖਿਆ ਹੋਊਗਾ, 90-91 'ਚ ਦੇਖਿਆ ਹੋਊ, ਬਹੁਤ ਨੌਜਵਾਨਾਂ ਦੇ ਨਹੀਂ 25-25 ਲੱਖ 50-50 ਲੱਖ ਮੁੱਲ ਰੱਖ ਦਿੱਤੇ ਸੀ। ਉਹ ਨੌਜਵਾਨ ਭਗੌੜੇ ਰਹੇ, ਬਹੁਤ ਚਿਰ ਸੇਵਾ ਕਰਦੇ ਰਹੇ ਆ। ਤੇ ਇਹ ਹੁਣ ਜਿਹੜੀ ਸਾਡੀਆਂ, ਜੇ ਉਹ ਨਹੀਂ ਫੜ ਹੁੰਦਾ ਜਾਂ ਸਟੇਜ 'ਤੇ ਆਉਂਦਾ ਆ, ਹੁਣ ਹੋਰ ਵੀ ਰੈਲੀ ਆ ਜੜਿਆਲੇ ਵੀ ਰੱਖੀ ਆ ਗੁਰੂ ਦੇ, ਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਲੱਖੇ ਦੇ ਮਗਰ ਕੰਧਾਂ ਖੜ ਜਾਣ। ਕੋਈ ਵੀ ਕਿਸੇ ਦਾ ਕੋਈ ਵਿਗਾੜ ਨਹੀਂ ਸਕਦਾ। ਜਦੋਂ ਸਾਰੇ ਖੜ ਜਾਣ, ਉਹਨੂੰ ਸਟੇਜ 'ਤੇ ਲਿਆਉਣ, ਉਹਨੂੰ ਬੁਲਾਉਣ। ਜੇ ਗ੍ਰਿਫਤਾਰੀ ਦੀ ਲੋੜ ਪਈ ਤਾਂ ਦੇ ਦੇਊਗਾ, ਗ੍ਰਿਫਤਾਰੀ ਦੇ ਦੇਊਗਾ, ਕੋਈ ਏਡੀ ਗੱਲ ਨਹੀਂ। ਪਰ ਉਹਦੇ ਮਗਰ ਸਾਨੂੰ ਸਾਰਿਆਂ ਨੂੰ ਇਹਨੂੰ ਕੰਧਾਂ ਖੜਨਾ ਚਾਹੀਦਾ ਲੱਖੇ ਦੇ। ਦੀਪ ਸਿੱਧੂ ਤਾਂ ਅੰਦਰ ਚਲ ਗਿਆ, ਹੋ ਜਾਊਗੀ ਜ਼ਮਾਨਤ, ਹੋ ਜਾਊ, ਅੱਜ ਹੋ ਜਾਊ, ਕੱਲ੍ਹ ਹੋ ਜਾਊਗੀ। ਦੀਪ ਸਿੱਧੂ ਦਾ ਅੰਦਰੋਂ ਵੀ ਕੱਲ੍ਹ ਦੇ ਤੁਸੀਂ ਬਿਆਨ ਦੇਖੋ, ਉਹ ਕਿਸਾਨਾਂ ਨਾਲ ਇਹਨੂੰ ਹਿੱਕ ਡਾ ਕੇ ਖੜਾ, ਕਹਿੰਦਾ ਮੈਂ ਨਾਲ ਹਿੱਕ ਡਾ ਕੇ ਖੜਾ, ਤੁਸੀਂ ਸੰਘਰਸ਼ ਲੜੋ। ਵਧੀਆ ਯੋਗਦਾਨ ਉਹਨਾਂ ਨੌਜਵਾਨਾਂ ਦਾ। ਪਰ ਸਾਡੇ ਕਿਸਾਨ ਆਗੂਆਂ ਨੂੰ ਵੀ ਸਾਡੀ ਤਾਂ ਬੇਨਤੀ ਆ ਵੀ ਅਸੀਂ ਇਸ ਟੂਲ ਪਲਾਜੇ ਵੱਲੋਂ, ਲਾਚੋਵਾਲ ਟੂਲ ਪਲਾਜੇ ਵੱਲੋਂ, ਆਜ਼ਾਦ ਸੰਘਰਸ਼ ਕਮੇਟੀ ਦਬਾਬਾ ਲਾਚੋਵਾਲ ਵੱਲੋਂ ਉਹਨਾਂ ਨਾਲ ਹਿੱਕ ਡਾ ਕੇ ਖੜੇ ਆ। ਬਿਲਕੁਲ। ਜੇ ਆਪਾਂ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ, ਪੰਜਾਬੀ ਕਲਾਕਾਰਾਂ ਦੀ, ਤਾਂ ਪਿੱਛੇ ਜਿਹਾ ਸੁਣਨੇ 'ਚ ਇਹ ਆਇਆ ਸੀ ਵੀ ਜਿਹੜੀ ਪੰਜਾਬ ਦੀ ਜਿਹੜੀ ਗਾਇਕੀ ਆ ਹੁਣ ਲੱਚਰ ਹੋ ਚੁੱਕੀ ਆ, ਨੰਗ ਧੜੰਗ ਵਾਲੀ ਜਿਹੜੀ ਆ ਵੀਡੀਓ ਪੇਸ਼ ਕਰਦੇ ਆ ਜਾਂ ਇਦਾਂ ਦੇ ਵਿਚਾਰ ਸਾਰਿਆਂ ਦੇ ਆਉਣ ਲੱਗ ਪਏ ਸੀ। ਪਰ ਜੇ ਤੁਹਾਡੇ ਕਿਸਾਨੀ ਸੰਘਰਸ਼ ਵਿੱਚ ਦੇਖਿਆ ਜਾਵੇ, ਜਿਹੜਾ ਪੰਜਾਬੀ ਕਲਾਕਾਰਾਂ ਦਾ ਆ, ਗਾਇਕਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ, ਇਹ ਕੀ ਮਹਿਸੂਸ ਹੁੰਦਾ ਤੁਹਾਨੂੰ ਇਹਦੇ ਬਾਰੇ? ਦੇਖੋ ਜਿਹੜੇ ਸਾਡੇ ਕਲਾਕਾਰ ਆ ਸਾਡੇ ਬੱਚੇ ਹੀ ਆ। ਜੇ ਉਹਨੇ ਸਾਨੂੰ ਸਾਥ ਦਿੱਤਾ ਤੇ ਸਾਨੂੰ ਇਸ ਗੱਲ 'ਤੇ ਖੁਸ਼ ਹੋਣਾ ਚਾਹੀਦਾ। ਉਹਨੇ ਸਾਡੇ ਨਾਲ ਸਾਥ ਦਿੱਤਾ, ਸਾਡੇ ਸੰਘਰਸ਼ 'ਚ ਆਏ ਆ, ਸਾਨੂੰ ਬਲ ਮਿਲਿਆ, ਤੇ ਅਸੀਂ ਉਹਨਾਂ ਨੂੰ ਕਿਉਂ ਮਾੜੇ ਕਹੀਏ? ਜੇ ਅੱਜ ਉਹਨਾਂ ਗੀਤਾਂ ਨੂੰ ਛੱਡ ਕੇ ਮਾੜਿਆਂ ਨੂੰ, ਉਹ ਸਾਡੇ ਐਡੇ ਬੜੇ ਸੰਘਰਸ਼ 'ਚ ਕੱਢ ਗਏ ਆ, ਵਿਚਾਰੇ ਦਿਨ ਰਾਤ ਕਰ ਰਹੇ ਆ। ਉੱਥੇ ਸਾਡੇ ਨਾਲ ਦਿੱਲੀ ਮੈਂ ਦੇਖਦਾ ਰਿਹਾ, ਸਾਡੇ ਨਾਲ ਰਹੇ ਆ, ਜਿੱਥੇ ਅਸੀਂ ਤੰਬੂਆਂ 'ਚ ਸੌਂਦੇ ਸੀ ਉੱਥੇ ਲੰਮੇ ਪੈਂਦੇ ਸੀ, ਸਭ ਕੁਝ ਉਹ ਵਿਚਾਰੇ ਤੁਰੇ ਫਿਰਦੇ ਸੀ, ਸਾਡੇ ਨਾਲ ਪ੍ਰਸ਼ਾਦਾ ਛਕਦੇ ਸੀ, ਸਭ ਕੁਝ ਕਰਦੇ ਸੀ। ਤੇ ਜੇ ਸਾਡਾ ਸਾਥ ਦਿੰਦੇ, ਸਾਨੂੰ ਖੁਸ਼ੀ ਮਨਾਉਣੀ ਚਾਹੀਦੀ। ਸਾਡੇ ਪੁੱਤਰ ਤਾਂ ਸਾਡੇ ਹੀ ਆ, ਬੱਚੇ ਤਾਂ ਸਾਡੇ ਹੀ ਆ, ਸਾਨੂੰ ਖੁਸ਼ੀ ਮਨਾਉਣੀ ਚਾਹੀਦੀ। ਜੇ ਆਪਾਂ ਗੱਲ ਕਰੀਏ ਹਿੰਦੀ ਫਿਲਮ ਇੰਡਸਟਰੀ ਦੀ, ਤੇ ਉਹਦੇ ਵਿੱਚ ਉਹਦਾ ਕੁਝ ਨਾ ਮਾਤਰ ਜਿਹੜਾ ਆ ਕੋਈ ਸਹਿਯੋਗ ਮਿਲਿਆ, ਤੇ ਉਹਨਾਂ ਬਾਰੇ ਕੀ ਵਿਚਾਰ ਆਪਣੇ, ਕੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਪਰ ਰਹਿੰਦੇ ਉਹ ਵੀ ਆਪਣੇ ਇੱਥੇ ਹੀ ਆ, ਆਪਣੇ ਦੇਸ਼ 'ਚ ਹੀ ਰਹਿੰਦੇ ਆ, ਪਰ ਉਹ ਜਿਹੜੇ ਆ ਅੰਨਦਾਤਾ ਦੇ ਖਿਲਾਫ ਹੀ ਕਹਿ ਲੈਂਦੇ, ਜਿਹੜਾ ਸਾਥ 'ਚ ਨਹੀਂ ਹੈਗਾ ਉਹ ਖਿਲਾਫ ਆ। ਇਹਦੇ ਬਾਰੇ ਤੁਸੀਂ ਕੀ ਆਪਣਾ ਦੱਸੋਗੇ ਵਿਚਾਰ? ਦੇਖੋ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਉਹ ਧੀਆਂ ਪੁੱਤ ਸਾਡੇ ਆ, ਪੰਜਾਬ ਦੇ ਆ, ਚਾਹੇ ਹਿੰਦੀ ਫਿਲਮਾਂ 'ਚ ਆ, ਚਾਹੇ ਕਿਤੇ ਵੀ ਆ, ਉਹ ਸਾਡਾ ਸਾਥ ਦੇਣ।
ਜਿਹੜਾ ਵੀ ਬੰਦਾ ਪੰਜਾਬ ਦਾ ਪਾਣੀ ਪੀਂਦਾ, ਪੰਜਾਬ ਦਾ ਅੰਨ ਖਾਂਦਾ, ਪ੍ਰਸ਼ਾਦਾ ਛਕਦਾ, ਉਹਨੂੰ ਪੰਜਾਬ ਲਈ ਖੜਨਾ ਚਾਹੀਦਾ। ਪੰਜਾਬ ਸਾਡਾ ਆ, ਗੁਰਾਂ ਦੇ ਨਾਂ 'ਤੇ ਪੰਜਾਬ ਵੱਸਦਾ, ਇਹਨੂੰ ਬਚਾਉਣਾ ਆ। ਇਹ ਮਹਾਰਾਜ ਦੇ ਦੇਖੋ ਕਿੰਨੇ ਸਾਡੇ ਧਾਰਮਿਕ ਸਥਾਨ ਆ, ਚਾਹੇ ਮੰਦਿਰ ਆ, ਗੁਰਦੁਆਰੇ ਸਾਹਿਬ ਆ, ਮਸੀਤਾਂ ਆ, ਸਭ ਕੁਝ ਕਿੰਨੇ ਅਸੀਂ ਇੱਕ ਆ ਨਾ ਰੱਬ ਦਾ ਨਾਂ ਲੈਣੇ ਵਾਲੇ। ਉਹਨਾਂ ਨੂੰ ਪੰਜਾਬ ਲਈ ਖੜਨਾ ਚਾਹੀਦਾ, ਚਾਹੇ ਉਹ ਕਿਸੇ ਵੀ ਇੰਡਸਟਰੀ 'ਚ ਆ, ਕਿਸੇ ਵੀ ਹਿੰਦੀ 'ਚ ਆ, ਪੰਜਾਬੀ 'ਚ ਆ, ਉਹ ਸਾਡੇ ਨਾਲ ਖੜਨ। ਸਾਡੀ ਬੇਨਤੀ ਆ ਇਸ ਸੰਘਰਸ਼ ਨੂੰ ਅਸੀਂ ਜਿੱਤ ਲਈਏ, ਜਿੱਤ ਕੇ ਅਸੀਂ ਸਫਲ ਹੋਈਏ। ਅਤੇ ਜਿਹੜੇ ਆ MP MLA ਆ, ਇਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਪੰਜਾਬ 'ਚੋਂ ਵੋਟਾਂ ਲੈ ਗਏ, MP 13 ਬਣ ਕੇ ਗਏ ਆ, ਤੁਸੀਂ ਤਕੜੇ ਹੋ ਜਾਓ। ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ, ਪੰਜਾਬ ਦੇ ਲੋਕਾਂ ਨੇ ਚੁਣ ਕੇ ਤੁਹਾਨੂੰ ਪਾਵਰ ਦਿੱਤੀ ਆ, ਤੁਸੀਂ ਕਹਿੰਦਾ ਕਿ 13 ਦੇ 13 ਖੜ ਜਾਓ, ਚਾਹੇ ਕਿਸੇ ਵੀ ਪਾਰਟੀ ਨਾਲ ਆ। ਵੀ ਅਸੀਂ ਬਈ ਇਸ ਪੰਜਾਬ ਨਾਲ ਆ ਸੋਮਨਾਥ ਜੀ ਆਉਂਦੇ ਆ, ਜਦੋਂ ਇਹਨਾਂ ਨੂੰ ਅਸੀਂ 2 ਵਾਰੀ ਘੇਰਿਆ ਵੀ ਆ, ਅਤੇ ਜਦੋਂ ਅਸੀਂ ਤਾਂ ਇਹ ਗੱਲ ਘੇਰ ਨੂੰ ਕਹਿੰਦੇ ਸੀ ਵੀ ਤੂੰ ਪੰਜਾਬ ਨਾਲ ਖੜ ਜਾ, ਤੈਨੂੰ ਫੇਰ ਬਣਾ ਦੇਣਗੇ ਲੋਕ, ਜੇ ਤੂੰ ਚੰਗਾ ਕਰੂੰਗਾ ਤਾਂ ਤੈਨੂੰ ਬਣਾ ਦੇਣਗੇ ਲੋਕ, ਵੋਟਾਂ ਪਾ ਦੇਣਗੇ। ਤੂੰ ਕਹਿ ਮੈਂ ਪੰਜਾਬ ਨਾਲ ਖੜਾ, ਫੇਰ ਮੈਨੂੰ ਭਾਜਪਾ ਹੋਊਗੀ ਜਾਂ ਕਾਂਗਰਸ ਹੋਊਗੀ ਜਾਂ ਅਕਾਲੀ ਹੋਣਗੇ, ਜਿਹੜੇ ਵੀ ਹੋਣ, ਪਹਿਲਾਂ ਤੂੰ ਪੰਜਾਬ ਨਾਲ ਖੜ। ਜੇ ਤੁਸੀਂ ਪੰਜਾਬ ਦੇ ਹੱਕੀ ਮੰਗਾਂ ਲਈ ਨਹੀਂ ਖੜਦੇ ਤਾਂ ਫੇਰ ਸਾਡੇ ਤੁਸੀਂ ਕੀ ਲੱਗਦੇ ਆ, ਫੇਰ ਤਾਂ ਅਸੀਂ ਤੁਹਾਨੂੰ ਘੇਰਾਂਗੇ। ਇਹਨਾਂ ਨੂੰ ਖੜਨਾ ਚਾਹੀਦਾ ਸਾਰਿਆਂ ਨੂੰ, ਇਹ ਪੰਜਾਬ ਨੂੰ ਬਚਾਉਣਾ ਚਾਹੀਦਾ। ਪੰਜਾਂ ਦਰਿਆਵਾਂ ਦੀ ਧਰਤੀ, ਗੁਰੂ ਸਾਹਿਬ ਦੀ ਧਰਤੀ ਆ, ਅਤੇ ਇਹਨੂੰ ਸਾਡਾ ਬਚਾਉਣਾ ਚਾਹੀਦਾ। ਜੇਕਰ ਇਸ ਜੰਗ ਨੂੰ ਪਿੱਛੇ ਨੂੰ ਲਿਜਾਨੇ ਆ ਤਾਂ 50 ਸਾਲ ਪਿੱਛੇ ਚੱਲ ਜਾਂਦੇ ਆ। ਜੇ ਅਸੀਂ ਇਹ ਜੰਗ ਨੂੰ ਜਿੱਤਦੇ ਤਾਂ 50 ਸਾਲ ਅੱਗੇ ਆਉਨੇ ਆ, ਅਤੇ ਸਾਰੇ ਪ੍ਰਫੁੱਲਤ ਰਹਿਣਗੇ, ਚੜ੍ਹਦੀ ਕਲਾ 'ਚ ਰਹਿਣਗੇ। ਚਾਹੇ ਉਹ ਆੜਤੀਏ ਆ, ਦੇਖੋ ਜਿਹੜਾ ਹੁਣ ਮੰਡੀ ਬੋਰਡ ਕਰਨ ਖਤਮ ਹੋ ਗਿਆ ਅਤੇ ਆੜਤੀਏ ਖਤਮ ਹੋ ਗਏ, ਕੀ ਕਰਾਂਗੇ ਅਸੀਂ? ਝੋਨਾ ਸਾਡਾ 1800 ਕਿੰਨੇ ਨੂੰ ਵਿਕਿਆ, ਬਿਹਾਰ ਦੇ ਵਿੱਚ ਉਹ ਝੋਨਾ 850 ਨੂੰ ਵਿਕਿਆ। ਉਹਨਾਂ ਲੋਕਾਂ ਨੇ, ਕਾਰਪੋਰੇਟ ਘਰਾਣਿਆਂ ਨੇ ਟਰਾਲੇ ਲੱਦ ਕੇ ਪੰਜਾਬ 'ਚ ਵੇਚਤਾ। ਪੰਜਾਬ 'ਚ ਉਨੀ ਫਸਲ ਨਹੀਂ ਜਿੰਨੀ ਬਾਹਰੋਂ ਆ ਕੇ ਵਿਕੀ ਆ। ਕੀ ਇਹ ਮੋਦੀ ਉਹਨਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਤ ਨਹੀਂ ਕਰ ਰਿਹਾ? ਉਹ ਸਾਡੇ ਨਾਂ ਪੈ ਗਿਆ ਵੀ ਪੰਜਾਬ ਦਾ ਹੀ ਸੀਗਾ, ਆਇਆ ਬਾਹਰੋਂ। ਉਹ ਲੋਕ ਜਿਹੜੇ 5-5 ਕਿੱਲੇ ਦੇ ਬਿਹਾਰ 'ਚ ਬੈਠੇ, ਸਾਡੇ ਆ ਗੰਨੇ ਛਿਲਦੇ ਆ। ਅਤੇ ਸਾਡਾ ਵੀ ਇਹ ਹਾਲ ਹੋਣਾ ਜੇ ਖੇਤੀ ਕਾਲੇ ਕਾਨੂੰਨ ਲਾਗੂ ਹੋ ਗਏ। ਸਾਨੂੰ ਇਹ ਖੇਤੀ ਕਾਲੇ ਕਾਨੂੰਨ ਜਿਹੜੇ ਆ, ਇਹਨਾਂ ਨੂੰ ਰੱਦ ਕਰਾਉਣ ਨੂੰ ਖੂਨ ਦਾ ਕਤਰਾ ਜਿਹੜਾ ਸਾਨੂੰ ਵਹਾਉਣਾ ਚਾਹੀਦਾ। ਜੋ ਮਰਜ਼ੀ ਹੋ ਜਾਏ, ਅਸੀਂ ਤਾਂ ਇਸ ਟੋਲ ਪਲਾਜ਼ੇ ਤੋਂ ਉਹਨਾਂ ਚਿਰ ਜਾਰੀ ਰੱਖਾਂਗੇ ਜਿੰਨਾ ਚਿਰ ਦਿੱਲੀ ਦੇ ਵਿੱਚ ਜੰਗ ਜਿੱਤੀ ਨਹੀਂ ਜਾਂਦੀ। ਜੇ ਗੱਲ ਕੀਤੀ ਜਾਵੇ ਵੀ ਜਿਹੜਾ 6 ਮਹੀਨੇ ਤੋਂ ਇਹ ਸੰਘਰਸ਼ ਬਿਲਕੁਲ ਇੱਕ 26 ਤਰੀਕ ਦੀ ਘਟਨਾ ਨੂੰ ਆਪਾਂ ਛੱਡ ਦਈਏ ਤਾਂ ਬਿਲਕੁਲ ਸ਼ਾਂਤਮਈ ਰਿਹਾ ਆ। ਕੀ ਸ਼ਾਂਤਮਈ ਰਹਿ ਕੇ ਸੰਘਰਸ਼ ਜਿੱਤਿਆ ਜਾ ਸਕਦਾ, ਜਾਂ ਕਿੰਨਾ ਚਿਰ ਆਪਣੀ ਕੀ ਰਣਨੀਤੀ ਅੱਗੇ ਵੀ ਕਿੰਨਾ ਚਿਰ ਸ਼ਾਂਤਮਈ ਰਵਾਂਗੇ, ਜਾਂ ਸ਼ਾਂਤਮਈ ਹੀ ਰਵਾਂਗੇ ਤਾਂ ਸ਼ਾਂਤਮਈ ਰਹਿ ਕੇ ਜਿੱਤ ਸਕਦੇ ਹਾਂ ਸੰਘਰਸ਼ ਅਸੀਂ? ਦੇਖੋ ਗੱਲ ਤਾਂ ਸ਼ਾਂਤਮਈ ਰਹਿਣ ਦੀ ਵਧੀਆ ਹੁੰਦੀ, ਕੋਈ ਵੀ ਗੱਲ ਹੋਵੇ, ਘਰ 'ਚ ਹੋਵੇ ਸ਼ਾਂਤਮਈ ਰਹੋ ਤਾਂ ਵਧੀਆ ਚੱਲਦਾ, ਮੁਲਕ ਸ਼ਾਂਤਮਈ ਰਹੋ ਤਾਂ ਵਧੀਆ, ਸ਼ਾਂਤੀ ਰਵੇ ਤੇ ਵਧੀਆ ਚੱਲਦਾ। ਪਰ ਜੇ ਸਾਨੂੰ ਹੁਣ ਇਹਦੇ ਲਈ ਤੌਰ ਤਰੀਕੇ ਬਦਲਣੇ ਪੈਣੇ। ਬੰਗਾਲ ਦੇ ਵਿੱਚ ਸਾਡੇ ਜਿਹੜੇ ਲੀਡਰ ਗਏ ਉਹ ਆਉਣਗੇ, ਉਹ ਸਾਰੀ ਫਿਰ ਉਹਦੀ ਤਰੀਕਾ ਕੋਈ ਬਦਲਣਾ ਪਊਗਾ, ਥੋੜ੍ਹਾ ਬਹੁਤਾ ਸਾਨੂੰ ਮਤਲਬ ਖੜਨਾ ਪਊਗਾ, ਮੂਹਰੇ ਆਉਣਾ ਪਊਗਾ, ਪਰ ਸ਼ਾਂਤਮਈ ਰਹਿ ਕੇ। ਅਤੇ ਅਸੀਂ ਸ਼ਾਂਤਮਈ ਤੋਂ ਬਗੈਰ ਤਾਂ ਨਹੀਂ ਕੁਛ ਕਰ ਸਕਦੇ, ਕਿਉਂਕਿ ਇਹਨਾਂ ਕੋਲ ਤਾਂ ਜੇ ਅਸੀਂ ਕੋਈ ਜੰਗ ਲੜਨੀ ਆ, ਇਹਨਾਂ ਕੋਲ ਵੱਡੇ ਹਥਿਆਰ ਆ, ਵੱਡਾ ਸਭ ਕੁਛ ਆ। ਅਸੀਂ ਜੰਗ ਵੀ ਸ਼ਾਂਤਮਈ ਰਹਿ ਕੇ ਲੜਾਂਗੇ। ਅਸੀਂ ਅੰਦੋਲਨ ਨੂੰ ਤੇਜ਼ ਕਰ ਸਕਦੇ ਹਾਂ, ਅੰਦੋਲਨ ਤੇਜ਼ ਹੋ ਜਾਊਗਾ, ਹੋਰ ਤੇਜ਼ ਕਰ ਦੇਵਾਂਗੇ। ਇਹਦੀ ਰੂਪ ਰੇਖਾ ਕਈ ਬਦਲ ਸਕਦੀ ਆ, ਰੂਪ ਰੇਖਾ ਬਦਲ ਸਕਦੀ ਆ, ਬਦਲਦੇ ਰਵਾਂਗੇ। ਅਤੇ ਅਸੀਂ ਆਪਣੇ ਤੌਰ 'ਤੇ ਵੀ ਇੱਥੇ ਬੈਠੇ ਕਈ ਵਾਰੀ ਅਸੀਂ ਆਪਣੇ ਜਿਹੜੇ ਪੁਆਇੰਟ ਬਦਲ ਲਈਦੇ, ਕੋਈ ਐਸੀ ਗੱਲ ਨਹੀਂ। ਅਸੀਂ ਦੁਸਹਿਰਾ ਮਨਾਇਆ ਅਤੇ ਮੋਦੀ ਦਾ ਅਸੀਂ ਵੱਡਾ ਜਿੱਦਾਂ ਰਾਵਣ ਬਣਾਉਂਦੇ ਇੱਦਾਂ ਬੁੱਤ ਬਣਾ ਕੇ ਅਸੀਂ ਜਾਲਿਆ ਇੱਥੇ, ਅਸੀਂ ਕੋਈ ਪਰਵਾਹ ਨਹੀਂ ਕੀਤੀ। ਅਸੀਂ ਸਾਰੇ ਕੰਮ ਕਰਦੇ, ਇਹਦੀ ਰਣਨੀਤੀ ਵੀ ਬਦਲੀ ਜਾਊਗੀ, ਪਰ ਸ਼ਾਂਤਮਈ ਰਹਿ ਕੇ, ਸ਼ਾਂਤਮਈ ਹੀ ਜੰਗ ਜਿੱਤਿਆ ਜਾਣਾ। ਠੀਕ ਆ, ਨੌਜਵਾਨਾਂ ਜੋਸ਼ ਆ, ਜੋਸ਼ ਵੀ ਨਾਲ ਚਾਹੀਦਾ, ਅਸੀਂ ਜੋਸ਼ ਵੀ ਰੱਖਣਾ ਅਤੇ ਹੋਸ਼ ਵੀ ਰੱਖਣੀ ਆ। ਜੇ ਮੰਤਰੀ ਜੀ ਦੀ ਆਪਾਂ ਗੱਲ ਕਰੀਏ, ਤੁਸੀਂ ਕਹਿੰਦੇ ਅਸੀਂ ਸ਼ਾਂਤਮਈ ਰਹਿ ਕੇ ਜਿਹੜਾ ਸੰਘਰਸ਼ ਲੜਾਂਗੇ ਤੇ ਜਿੱਤਾਂਗੇ, ਤੇ ਪਿੱਛੇ ਜੇ ਮੰਤਰੀ ਜੀ ਦਾ ਇੱਕ ਬਿਆਨ ਆਇਆ ਸੀ ਵੀ ਇੱਦਾਂ ਭੀੜਾਂ ਇਕੱਠੀਆਂ ਕਰਨ ਨਾਲ ਕਦੀ ਕਾਨੂੰਨ ਵਾਪਸ ਨਹੀਂ ਹੁੰਦੇ। ਦੇਖੋ ਉਹ ਭੀੜਾਂ ਕਹਿੰਦੇ, ਅਸੀਂ ਭੀੜਾਂ ਨਹੀਂ ਕਹਿੰਦੇ। ਅਸੀਂ ਜੈਤੋਂ ਦੇ ਮੋਰਚੇ, ਪੰਜਾ ਸਾਹਿਬ ਦੇ ਮੋਰਚੇ, ਦੂਜੇ ਅਸੀਂ ਭੀੜਾਂ ਕਹਿੰਦੇ ਨਹੀਂ। ਇਹ ਤਾਂ ਕਿਸਾਨ ਆ, ਮਜ਼ਦੂਰ ਆ, ਮੁਲਾਜ਼ਮ ਆ, ਆੜਤੀਏ ਆ, ਇਹ ਭੀੜਾਂ ਨਹੀਂ। ਭੀੜਾਂ ਤਾਂ ਮੇਲਿਆਂ 'ਚ ਹੁੰਦੀਆਂ, ਜੇ ਉੱਦਾਂ ਮੇਲੇ ਲਾਏ ਜਾਣ। ਉਹ ਮੰਤਰੀ ਦਾ ਕਹਿਣ ਦਾ ਲਫ਼ਜ਼ ਜੋ ਗਲਤ ਆ, ਮੇਲਿਆਂ ਮੂਲਿਆਂ 'ਚ ਭੀੜਾਂ ਹੁੰਦੀਆਂ ਲੋਕਾਂ ਦੀਆਂ, ਸਾਡੀਆਂ ਭੀੜਾਂ ਨਹੀਂ। ਅਸੀਂ ਤਾਂ ਹੱਕ ਮੰਗਦੇ ਹਾਂ, ਹੱਕ, ਸੱਚ, ਇਨਸਾਫ ਲਈ ਲੜਦੇ ਹਾਂ। ਅਸੀਂ ਕਿਸੇ ਗੱਲ ਤੋਂ ਡਰਦੇ ਨਹੀਂ।
ਸਾਡੀ ਹੱਕ ਸੱਚ ਇਨਸਾਫ ਦੀ ਲੜਾਈ ਆ। ਗਰੀਬ ਤੋਂ ਲੈ ਕੇ ਅਮੀਰ ਤੱਕ ਜਿਹੜਾ ਅੰਨਦਾਤਾ ਲੜ ਰਿਹਾ। ਅੰਨਦਾਤਾ ਜਿਹੜਾ 1957 ਦੇ ਵਿੱਚ ਇਹ ਲੋਕ ਭੀਖ ਮੰਗਦੇ ਸੀ ਦਾਣਿਆਂ ਦੀ ਅਮਰੀਕਾ ਤੋਂ। ਉੱਥੇ ਟੇਬਲ ਲੱਗੇ ਹੋ ਸੀ ਤੇ ਲੋਕ ਬੈਠੇ ਸੀ, ਕਹਿੰਦੇ ਸੀ $5 ਦੇ ਜਾਓ, $5 ਦੀ ਸਾਨੂੰ ਕਿੰਨੀ ਕਣਕ ਮਿਲ ਜਾਊਗੀ ਤੇ ਅਸੀਂ ਰੋਟੀ ਖਾ ਲਵਾਂਗੇ। ਤੇ ਅੱਜ ਜੇ ਕਿਸਾਨ ਨੇ ਬੰਜਰ ਪੱਟੇ ਸਾਰੇ ਟਿੱਬੇ ਟੋਏ ਬਰਾਬਰ ਕਰ ਲਏ ਤੇ ਜ਼ਮੀਨਾਂ ਨੂੰ ਆਬਾਦ ਕਰ ਲਿਆ, ਅਨਾਜ ਦੇ ਭੰਡਾਰ ਲਾਤੇ, ਤੇ ਹੁਣ ਇਹਨਾਂ ਨੂੰ ਕਾਹਦੀ ਤਕਲੀਫ ਹੋਈ ਆ? ਹੁਣ ਤਾਂ ਇੰਨਾ ਕੁਝ ਕਿਸਾਨ ਨੇ ਕਰਤਾ, ਸੱਪਾਂ ਦੀਆਂ ਸਿਰੀਆਂ ਮਿੰਦ ਤੇ ਇਹ ਜਿੱਥੋਂ ਇੱਦਾਂ ਲੈ ਕੇ ਹੱਥਾਂ ਦੇ ਵਿੱਚ ਠੂਠਾ ਫੜ ਕੇ ਮੰਗਣ ਜਾਂਦੇ ਸੀ ਤੇ ਅੱਜ ਢੇਰ ਲੱਗ ਗਏ ਅਨਾਜ ਦੇ। ਤੇ ਇਹਨਾਂ ਨੂੰ ਸੰਭਲਣਾ ਚਾਹੀਦਾ। ਇਸ ਮੁਲਕ ਨੂੰ ਟੋਟੇ ਟੋਟੇ ਹੁਣੋਂ ਬਚਾਉਣਾ ਚਾਹੀਦਾ। ਮੋਦੀ ਸਾਹਿਬ ਨੂੰ ਇਸ ਮੁਲਕ ਨੂੰ ਇੱਕ ਗੁਲਦਸਤਾ ਆ ਭਾਰਤ, ਇਹਨੂੰ ਵਧੀਆ ਤਰੀਕੇ ਨਾਲ ਰੱਖਣਾ ਚਾਹੀਦਾ। ਇਹ ਇੱਦਾਂ ਹੀ ਸਾਡਾ ਗੁਲਦਸਤਾ ਬਣਿਆ ਰਵੇ, ਪਰ ਮੋਦੀ ਸਾਹਿਬ ਨਹੀਂ ਚਾਹੁੰਦੇ। ਮੋਦੀ ਸਾਹਿਬ RSS ਦੇ ਮਗਰ ਲੱਗ ਕੇ ਇਸ ਮੁਲਕ ਨੂੰ ਤੋੜਨਾ ਚਾਹੁੰਦੇ ਆ। ਇਹਨਾਂ ਦੀ ਕੋਈ ਡਿਊਟੀ ਲੱਗੀ ਹੋਆ। ਇਹ ਉਹਨਾਂ ਕਾਰਪੋਰੇਟ ਘਰਾਣਿਆਂ ਕੋ, ਅਡਾਨੀ ਅਬਾਨੀ ਕੋ ਵਿਕ ਚੁੱਕੇ ਆ। ਇਹਨਾਂ ਨੇ ਪਤਾ ਨਹੀਂ ਕਿੰਨੇ 'ਚ ਸੌਦਾ ਕਰ ਲਿਆ ਆ। ਦੱਸੋ, ਕਾਲੇ ਖੇਤੀ ਤੇ ਨਵੇਲਾ। ਅਸੀਂ ਕਹਿੰਦੇ ਸਾਨੂੰ ਨਹੀਂ ਚਾਹੀਦੇ, ਸਾਰਾ ਮੁਲਕ ਕਹਿੰਦੇ ਸਾਨੂੰ ਨਹੀਂ ਚਾਹੀਦੇ। ਤੂੰ ਕਿਉਂ ਸਾਡੇ ਗਲ ਪਾ ਰਿਹਾ? ਮੋਦੀ ਸਾਹਿਬ ਵੀ ਕਹਿੰਦੇ ਆ, ਉਹਨਾਂ ਦੇ ਜਿਹੜੇ ਨੁਮਾਇੰਦੇ ਆ ਸਰਕਾਰੀ ਜਾਂ ਮੰਤਰੀ ਵੀ ਇਹ ਵੀ ਕਹਿੰਦੇ ਵੀ ਉਹਨਾਂ 'ਚ ਕਾਲਾ ਹੈ ਹੀ ਕੁਝ ਨਹੀਂ ਹੈ। ਤੇ ਫਿਰ ਸੋਧਾਂ ਕਿਉਂ ਕਰਦੇ ਆ ਜੀ? ਜਿੱਲਾ ਸਾਡੀਆਂ 11 ਮੀਟਿੰਗਾਂ ਹੋਈਆਂ ਤੇ ਸੋਧ ਕਿਉਂ ਕਰਦੇ? ਜੇ ਕਾਲਾ ਕੁਛ ਨਹੀਂ ਫੇਰ ਕਿਉਂ ਸੋਧ ਕਰਦੇ ਆ? ਅੜੇ ਰਹਿਣ, ਅਸੀਂ ਵੀ ਅੜੇ ਆ, ਰਹਿਣ ਦੇਣ। ਇੱਕ ਪਾਸੇ ਕਹਿੰਦੇ ਜੀ ਸਾਰਾ ਕੁਝ ਤੁਹਾਨੂੰ ਦਿੱਤਾ, ਸਾਡੇ ਕੋਲ ਡੱਬਾ ਹੀ ਰਹਿ ਗਿਆ ਖਾਲੀ, ਮਠਿਆਈ ਤਾਂ ਤੁਸੀਂ ਲੈ ਗਏ। ਇਹ ਵੀ ਇਹਨਾਂ ਦੇ ਲਾਭ ਸੀਗੇ, ਇਹ ਕਹਿੰਦੇ ਸੀ। ਤੇ ਫਿਰ ਮਠਿਆਈ ਸਾਨੂੰ ਕਾਹਤੇ ਦਿੰਦੇ ਆ? ਤੇ ਮੋਦੀ ਸਾਹਿਬ ਨੇ ਹੁਣ ਲਾਸਟ ਵਿੱਚ ਵੀ ਕਿਹਾ ਵੀ ਜਿੱਦਾਂ ਪਹਿਲਾਂ 11 ਮੀਟਿੰਗਾਂ ਹੋਈਆਂ ਆ ਵੀ ਸਿਰਫ ਇੱਕ ਕਾਲ ਦੀ ਦੂਰੀ ਆ, ਜਦੋਂ ਮਰਜ਼ੀ ਕਿਸਾਨ ਜਥੇਬੰਦੀਆਂ ਕਹਿਣ ਅਸੀਂ ਗੱਲ ਕਰਨੇ ਨੂੰ ਤਿਆਰ ਆ। ਬਿਲਕੁਲ, ਕਿਸਾਨ ਜਥੇਬੰਦੀਆਂ ਵੀ ਨਾਬਰ ਨਹੀਂ ਗੱਲ ਕਰਨ ਨੂੰ। ਜਦੋਂ ਮੋਦੀ ਕਹੂਗਾ ਕਿਸਾਨ ਜਥੇਬੰਦੀਆਂ ਵੀ ਨਾਬਰ ਨਹੀਂ ਗੱਲ ਕਰਨਗੀਆਂ। ਟੇਬਲ ਤੇ ਬੈਠ ਕੇ ਸਾਰੇ ਹੱਲ ਹੁੰਦੇ ਆ ਮਸਲੇ, ਗੱਲ ਕਰਨ ਨੂੰ ਤਿਆਰ ਆ। ਪਰ ਤਿੰਨੇ ਖੇਤੀ ਕਾਲੇ ਕਾਨੂੰਨ ਜੇ ਮੋਦੀ ਰੱਦ ਕਰਨ ਦੀ ਗੱਲ ਕਰਦਾ ਤਾਂ ਗੱਲ ਕਰਨਗੀਆਂ ਜਥੇਬੰਦੀਆਂ ਦੀ। ਮੈਂ ਹੁਣ ਕੱਲੀਆਂ ਦੇ ਹੱਥ 'ਚ ਫੈਸਲੇ ਨਹੀਂ ਰਹੇ। ਜਿਹੜੇ ਲੋਕ ਉੱਥੇ 5-5 ਮਹੀਨੇ ਤੋਂ ਬੈਠੇ, ਇੱਥੇ 6 ਮਹੀਨੇ ਤੋਂ ਬੈਠੇ ਆ ਕਿੰਨਾ ਸ਼ੋਰ ਹੋ ਰਿਹਾ, ਕੰਨ ਸਾਡੇ ਬੰਦ ਹੋ ਗਏ ਆ। ਤੇ ਉਹ ਲੋਕ ਇਹਨਾਂ ਨੂੰ ਕੁਝ ਕਰਨ ਦੇਣਗੇ? ਲੋਕ ਖੜੇ ਆ, ਲੋਕਾਂ ਦੀ ਕੁਰਬਾਨੀ ਆ। 250 ਤੋਂ ਉੱਪਰ ਸਾਡਾ ਕਿਸਾਨ ਸ਼ਹੀਦ ਹੋ ਗਿਆ। ਕਿੰਨੇ ਕਿਸਾਨ ਸ਼ਹੀਦ ਹੋ ਗਏ? ਕੋਈ ਟਰਾਲੀ ਤੋਂ ਡਿੱਪਿਆ, ਕੋਈ ਹਾਰਟ ਅਟੈਕ ਹੋ ਗਿਆ, ਕੋਈ ਕਿਸ ਤਰ੍ਹਾਂ ਸ਼ਹੀਦ ਹੋ ਗਿਆ। ਤੇ ਹੁਣ ਇੰਨੀਆਂ ਸ਼ਹੀਦੀਆਂ ਕਰਕੇ ਅਸੀਂ ਫੇਰ ਵੀ ਘਰਾਂ ਨੂੰ ਉੱਦਾਂ ਹੀ ਆ ਜਾਈਏ ਟਰਾਲੀਆਂ ਮੋੜ ਕੇ, ਤੇ ਫੇਰ ਸਾਨੂੰ ਕਿੱਦਾਂ ਲੋਕ ਚੰਗੇ ਕਹਿਣਗੇ? ਦੇਖੋ, ਕਿਸਾਨ ਜਿਹੜਾ ਆ ਅੰਨਦਾਤਾ ਆ ਦੇਸ਼ ਦਾ, ਉਹ ਸੜਕਾਂ ਤੇ ਬੈਠਾ ਆ 6 ਮਹੀਨੇ ਤੋਂ। 300 ਤੋਂ ਵੱਧ ਜਿਹੜੇ ਆ ਕਿਸਾਨ ਉਹ ਸ਼ਹੀਦ ਹੋ ਚੁੱਕੇ ਆ। ਪਰ ਜਿਹੜੀ ਸਰਕਾਰ ਆ ਇਹ ਕਹਿੰਦੀ ਆ ਵੀ ਕਿਸਾਨ ਹਤੈਸ਼ੀ ਆ। ਕੀ ਇਹ ਲੱਗਦਾ ਵੀ ਸੱਚ ਵਾ ਜਾਂ ਝੂਠ ਆ? ਇਹ ਕੀ ਲੱਗਦਾ ਹੈ? ਦੇਖੋ, ਸਰਕਾਰ ਝੂਠ ਦੇ ਪਲੰਦੇ ਬਣਾਉਂਦੀ ਆ, ਝੂਠ ਬੋਲ ਰਹੀ ਆ। ਇੱਥੇ ਕੈਪਟਨ ਸਰਕਾਰ ਸੀ, ਉਹ ਕਹਿੰਦੇ ਸੀ ਤੁਹਾਡਾ ਸਾਰਿਆਂ ਦਾ ਕਰਜ਼ਾ ਮਾਫ। ਕੈਪਟਨ ਸਾਹਿਬ ਨੇ ਜਿਹੜਾ ਹੁਣ ਲਾਸਟ ਬਜਟ ਆਪਣਾ ਪਾਸ ਕੀਤਾ ਹੈ ਸੈਸ਼ਨ ਦਾ, ਤੇ ਇਹਦੇ ਵਿੱਚ ਉਹਨਾਂ ਨੇ ਇੱਕ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਦੀ ਕੋਈ ਐਲਾਨ ਕੀਤੀ ਆ ਸਕੀਮ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਬਿਲਕੁਲ ਕੁਛ ਨਹੀਂ ਜੀ। ਦੇਖੋ, ਮੈਂ ਤਾਂ ਇੱਕ ਅੰਦਾਜ਼ਾ ਲਾਉਣਾ, ਜਿਹੜੇ ਸਿਆਸੀ ਲੋਕ ਬਹੁਤ ਝੂਠ ਬੋਲ ਜਾਂਦੇ ਆ, ਬਹੁਤ ਜ਼ਿਆਦਾ ਝੂਠ ਬੋਲ ਜਾਂਦੇ। ਨਹੀਂ ਬੋਲਣਾ ਚਾਹੀਦਾ। ਪਰਮਾਤਮਾ ਨੂੰ ਜਾਨ ਦੇਣੀ ਆ, ਚੱਲ ਅਸੀਂ ਵੀ ਜਾਣਾ, ਚੱਲ ਇਹਨੇ ਵੀ ਜਾਣਾ, ਬੈਠੇ ਕਿਸੇ ਨੇ ਰਹਿਣਾ, ਪਰ ਰੱਬ ਨੂੰ ਜਾਨ ਦੇਣੀ ਆ। ਕੈਪਟਨ ਸਾਹਿਬ ਨੇ ਵੀ ਮਹਾਰਾਜ ਦਾ ਗੁਟਕਾ ਸਾਹਿਬ ਫੜ ਕੇ ਬੜੇ ਐਲਾਨ ਕੀਤੇ ਸੀ ਵੀ ਤੁਹਾਡੇ ਸਾਰਿਆਂ ਦੇ ਕਰਜ਼ੇ ਮਾਫ, ਕੁਛ ਲੋਕਾਂ ਨੂੰ ਛੱਡ ਕੇ, ਬਾਕੀ ਤਾਂ ਜਿਉਂ ਦੇ ਤਿਉਂ ਲੋਕਾਂ ਦੇ ਕਰਜ਼ੇ। ਤੇ ਇੱਦਾਂ ਨਹੀਂ ਕਰਨੀ ਚਾਹੀਦੀ। ਜੋ ਸੱਚਾਈ ਆ ਉਹ ਕਰਨ, ਚਾਹੇ ਕੈਪਟਨ ਸਾਹਿਬ ਹੁਣ ਕੋਈ ਹੋਵੇ। ਸੱਚਾਈ 'ਤੇ ਆਉਣਾ ਚਾਹੀਦਾ। ਇਹਨਾਂ ਲੋਕਾਂ ਨੂੰ ਵਿਚਾਰਿਆਂ ਨੇ ਜਿਨ੍ਹਾਂ ਨੇ ਇੰਨੇ ਜਦੋਜਹਿਦਾਂ ਕੀਤੀਆਂ ਇਸ ਪੰਜਾਬ ਲਈ, 90% ਤੋਂ ਸਾਡੀ ਉੱਪਰ ਕੁਰਬਾਨੀਆਂ ਆ ਆਜ਼ਾਦੀ ਲਈ, ਤੇ ਇਹਨਾਂ ਨੂੰ ਰੋਲਣਾ ਨਹੀਂ ਚਾਹੀਦਾ। ਬਿਲਕੁਲ ਇਹਨਾਂ ਨਾਲ ਸਹੀ ਰਹਿਣਾ ਚਾਹੀਦਾ। ਸਾਡੇ ਨਾਲ ਇੱਥੇ ਕੁਝ ਹੋਰ ਕਿਸਾਨ ਆਗੂ ਵੀ ਮੌਜੂਦ ਨੇ, ਤੇ ਹੁਣ ਅਸੀਂ ਗੱਲ ਕਰਾਂਗੇ ਰਣਧੀਰ ਸਿੰਘ ਸੈਣੀ ਜੀ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਜਿਹੜਾ ਕਿਸਾਨਾਂ ਦਾ ਜਿਹੜਾ ਇਹ ਧਰਨਾ ਆ 6 ਮਹੀਨੇ ਤੋਂ ਚੱਲ ਰਿਹਾ ਆ, ਤੇ ਤੁਸੀਂ ਵੀ ਪੂਰੀ ਆਪਣੇ ਇੱਥੇ ਫੁੱਲ ਸਪੋਰਟ ਇਹਦੀ ਕਰ ਰਹੇ ਹੋ ਸ਼ੁਰੂ ਤੋਂ ਹੀ। ਤੇ ਪਰ ਜਿਹੜਾ ਹੁਣ ਜੇ ਦੁਬਾਰਾ ਦੇਖਿਆ ਜਾਵੇ ਤਾਂ ਜਿਹੜਾ ਕਰੋਨਾ ਦਾ ਇੱਕ ਵਾਰੀ ਫੇਰ ਜਿਹੜਾ ਆ ਇਹ ਲੱਗ ਰਿਹਾ ਵੀ ਕਰੋਨਾ ਜ਼ਿਆਦਾ ਵੱਧ ਰਿਹਾ ਆ। ਕਾਫੀ ਸਖਤੀ ਪ੍ਰਸ਼ਾਸਨ ਨੇ ਵੀ ਕੀਤੀ, ਉਹ ਤਾਂ ਸਰਕਾਰ ਦੀਆਂ ਵੀ ਹਦਾਇਤਾਂ ਜਿਹੜੀਆਂ ਸਖਤੀ ਵਾਲੀਆਂ ਆ ਰਹੀਆਂ।
ਤੇ ਤੁਹਾਨੂੰ ਕੀ ਲੱਗਦਾ ਵੀ ਕੀ ਇਹ ਵਾਕਿਆ ਹੀ ਕਰੋਨਾ ਵੱਧ ਰਿਹਾ ਜਾਂ ਕੁਛ ਇਹ ਕੋਈ ਇਹਨਾਂ ਦੀ ਮਨਸ਼ਾ ਇਦਾਂ ਦੀ ਆ ਵੀ ਜਿਹੜਾ ਇਹ ਕਿਸਾਨਾਂ ਦਾ ਜਿਹੜਾ ਧਰਨਾ ਆ ਇਹਨੂੰ ਚੱਕਣਾ ਚਾਹੁੰਦੇ ਆ? ਸਰਕਾਰ ਦੀ ਜਿਹੜੀ ਭੈੜੀ ਨੀਤ ਆ, ਇਹ ਕੋਈ ਕਰੋਨਾ ਕਰਨਾ ਨਹੀਂ ਹੈ। ਇਹ ਸਿਰਫ ਹੈ ਨਾ ਸਾਨੂੰ ਆ ਤਾਰ ਪੀਡੋ ਕਰਨਾ ਚਾਹੁੰਦੇ ਸਾਡੇ ਸੰਘਰਸ਼ ਨੂੰ, ਇੱਥੇ ਵੀ ਤੇ ਦਿੱਲੀ ਵੀ। ਜਿੱਦਣ ਅਸੀਂ ਦਿੱਲੀ ਨੂੰ ਤੁਰੇ ਸੀਗੇ 25 ਨਵੰਬਰ ਨੂੰ ਜੀ, ਤੇ ਉਦੋਂ ਇਹਨਾਂ ਨੇ ਉਹਨਾਂ ਨੂੰ ਜ਼ੋਰ ਲਾ ਲਿਆ ਸੀ ਕੇਜਰੀਵਾਲ ਨੂੰ ਵੀ ਤੁਸੀਂ ਲੋਕਡਾਊਨ ਲਾ ਦਿਓ ਦਿੱਲੀ ਦੇ ਵਿੱਚ। ਪਰ ਅਸੀਂ ਕਹਿੰਦੇ ਚਲੋ ਅਸੀਂ ਇਸ ਗੱਲ ਦੀ ਉਹਨੂੰ ਸ਼ਾਬਾਸ਼ੀ ਦਿੰਦੇ ਕਹਿ ਲਓ ਵੀ ਉਸ ਬੰਦੇ ਨੇ ਲੋਕਡਾਊਨ ਉੱਥੇ ਨਹੀਂ ਲਾਇਆ। ਤੇ ਉੱਥੋਂ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਜਿਹੜੇ ਕਿਸਾਨ ਭਰਾ, ਮਜ਼ਦੂਰ, ਮੁਲਾਜ਼ਮ, ਭੈਣਾਂ ਸਾਡੀਆਂ, ਮਾਤਾਵਾਂ, ਬੱਚੇ ਉੱਥੇ ਬੈਠੇ ਆ। ਕੋਈ ਕਰੋਨਾ ਦਾ ਕੇਸ ਉੱਥੇ ਆਇਆ? ਕਿਤੇ ਕੋਈ ਆਇਆ? ਅਸੀਂ ਇੱਥੇ ਪਤਾ ਨਹੀਂ ਕਿੰਨੀਆਂ ਰੈਲੀਆਂ, ਟਰੈਕਟਰ ਰੈਲੀਆਂ, ਮੋਟਰਸਾਈਕਲ ਰੈਲੀਆਂ ਜਾਂ ਟੂਲ ਪਲਾਜ਼ਾ, ਇੱਥੇ ਸਾਡਾ 100 150 ਬੰਦਾ ਵੀ ਸਾਡਾ ਇੱਥੇ ਇਕੱਠਾ ਹੋ ਜਾਂਦਾ। ਕੋਈ ਕਰੋਨਾ ਦਾ ਕੇਸ ਕਿਤੇ ਆਇਆ? ਇਹ ਸਰਕਾਰ ਦੀ ਪਾਲਿਸੀ ਆ, ਬੇਈਮਾਨੀ ਆ। ਇਹ ਜਾਣ ਬੁੱਝ ਕੇ ਸਾਡੇ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀ ਖਾਤਰ ਸਾਰਾ ਕੁਝ ਕਰ ਰਹੇ ਆ। ਤੁਸੀਂ ਆਹ ਦੇਖ ਲਓ, ਕੱਲ੍ਹ ਦੀ ਰੈਲੀ, ਅੱਜ ਰੈਲੀ ਰੱਖੀ ਸੀ ਉਹਨੇ। ਉੱਥੋਂ ਦੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਆ ਬਕੇਰੀਆਂ ਦੇ ਦਸੂਏ, ਉਹ ਸਾਡੇ ਕੋਲ ਵੀ ਕੱਲ੍ਹ ਆਏ ਸੀ। ਉਹ ਕਹਿੰਦੇ ਵੀ ਅਸੀਂ ਇਸ ਗੱਲ ਦੀ ਪ੍ਰਚਾਰ ਕਰ ਰਹੇ ਹਾਂ ਵੀ ਇਹ ਬਿਲਕੁਲ ਇਹ ਜਿਹੜੀਆਂ ਰੈਲੀਆਂ ਰੂਲੀਆਂ ਕਦੋਂ ਨੂੰ ਹਲੇ 1 ਸਾਲ ਰਹਿੰਦਾ ਇਲੈਕਸ਼ਨ ਦੇ ਵਿੱਚ, ਇਹ ਰੈਲੀਆਂ ਜਿਹੜੀਆਂ ਕਰ ਰਿਹਾ ਸਿਰਫ ਇਹਨਾਂ ਨੂੰ ਮੂਹਰੇ 2022 ਦੇ ਸੰਡਿਆ ਆਪਣੇ ਇਲੈਕਸ਼ਨ ਦੀ ਤਿਆਰੀ ਕਰ ਰਹੇ ਆ। ਸਾਡਾ ਤਾਰ ਪੀਡੋ ਕਰਕੇ ਆਪਣੇ ਇਲੈਕਸ਼ਨ ਨੂੰ ਮੂਹਰੇ ਲੈਣਾ ਚਾਹੁੰਦੇ ਆ। ਹੁਣ ਜਦੋਂ ਉਹਨੇ ਦੇਖ ਲਿਆ ਵੀ ਦੇਖ ਮਕੇਰੀਆਂ ਦੇ ਵਿੱਚ ਮੇਰੀ ਰੈਲੀ ਕਾਮਯਾਬ ਨਹੀਂ ਹੋਣੀ, ਤੇ ਦੇਖੋ ਤੁਹਾਨੂੰ ਪਤਾ ਵੀ ਅੱਜ ਰੈਲੀ ਸੀ ਤੇ ਕੱਲ੍ਹ ਸ਼ਾਮੀ ਅਨਾਊਂਸ ਕਰਤਾ ਜੀ ਇਹਨੂੰ ਕਰੋਨਾ ਹੋ ਗਿਆ। ਮਤਲਬ ਭਾਵ ਕੀ ਸੀ ਵੀ ਉੱਥੇ ਕੋਈ ਲੋਕ ਨਹੀਂ ਇਕੱਠੇ ਹੋਣੇ ਸੀ। ਲੋਕ ਸਮਝ ਚੁੱਕੇ ਆ, ਅਕਾਲੀਆਂ ਨੂੰ ਵੀ, ਕਾਂਗਰਸੀਆਂ ਨੂੰ ਵੀ। ਅਸੀਂ ਜੀਓ ਦੀਆਂ ਸਿੰਮਾਂ ਜਿਹੜੀਆਂ ਉਹ ਸਾਰਿਆਂ ਤੋਂ ਬੰਦ ਕਰਾਉਣ ਡਏ ਆ ਵੀ ਇਹਨਾਂ ਨੂੰ ਉਡਾਨੀਆਂ ਵਾਨੀਆਂ ਨੂੰ ਦਫਾ ਕਰੀਏ। ਤੇ ਸਾਡੇ ਕੈਪਟਨ ਸਾਹਿਬ ਨੇ ਇੱਕ ਚਿੱਠੀ ਲੈਟਰ ਕੱਢ ਦਿੱਤੀ ਆ ਵੀ ਸਰਕਾਰੀ ਮੁਲਾਜ਼ਮ ਜੀਓ ਦੀਆਂ ਸਿੰਮਾਂ ਵਰਤਣ, ਵੀ ਸਾਡੇ ਕਿੱਦਾਂ ਖਿਆਲ ਰੱਖਿਆ ਹੋਇਆ ਜੀ। ਇਹ ਸਾਰੇ ਚੱਟੇ ਬੱਟੇ ਇੱਕੋ ਹੀ ਆ, ਸਾਰਿਆਂ ਦੀ ਇਹ ਜੀਣੀ ਮਿੱਥੀ ਚਾਲ ਹੈ। ਤੇ ਸਾਨੂੰ ਇਹ ਜਾਣ ਬੁੱਝ ਕੇ ਸਾਡੇ ਇਹ ਹੁਣ ਚਾਹੁੰਦੇ ਆ, ਇਹ ਹੁਣ ਅੱਕ ਵੀ ਚੁੱਕੇ ਆ, ਥੱਕ ਵੀ ਚੁੱਕੇ ਆ। ਅਸੀਂ ਨਾ ਅੱਕੇ ਆ ਨਾ ਥੱਕੇ ਆ, ਨਾ ਅਸੀਂ ਥੱਕਣਾ। ਤੇ ਆਪਾਂ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਸਰਕਾਰ ਨੂੰ ਜਾਂ ਕੀ ਚੇਤਾਵਨੀ ਦੇਣਾ ਚਾਹੋਗੇ ਸਰਕਾਰ ਨੂੰ? ਅਸੀਂ ਤਾਂ ਸਰਕਾਰ ਨੂੰ ਕਹਾਂਗੇ ਵੀ ਤੁਸੀਂ ਕਰੋਨੇ ਦੇ ਜਿੰਨੇ ਮਰਜ਼ੀ ਕੇਸ ਕੱਢ ਲਓ, ਜੋ ਤੁਸੀਂ ਮਰਜ਼ੀ ਕਰ ਲਓ, ਜੋ ਸਾਡੇ 'ਤੇ ਸਖਤੀ ਵਰਤਣੀ ਵਰਤ ਲਓ। ਅਸੀਂ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਆਪਣੇ ਧਰਨਿਆਂ 'ਤੇ ਜਿੱਥੇ ਵੀ ਮੋਰਚਿਆਂ 'ਤੇ ਬੈਠੇ ਹਾਂ ਅਸੀਂ ਉਹਨੂੰ ਬਿਲਕੁਲ ਲਗਾਤਾਰ ਜਾਰੀ ਰੱਖਾਂਗੇ। ਹੁਣ ਆਪਾਂ ਗੱਲ ਕਰ ਰਹੇ ਸੀ ਰਣਧੀਰ ਸਿੰਘ ਸੈਣੀ ਜੀ ਨਾਲ, ਤੇ ਹੁਣ ਸਾਡੇ ਨਾਲ ਜੁੜੇ ਨੇ ਓਂਕਾਰ ਸਿੰਘ ਧਾਮੀ ਜੀ। ਇਹਨਾਂ ਨਾਲ ਵੀ ਅਸੀਂ ਜਿਹੜਾ ਕਿਸਾਨ ਸੰਘਰਸ਼ ਬਾਰੇ ਇਹਦੇ ਬਾਰੇ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਧਾਮੀ ਸਾਹਿਬ, ਜੇ ਦੇਖਿਆ ਜਾਵੇ ਜਿਹੜਾ ਆਪਣਾ ਕਿਸਾਨੀ ਸੰਘਰਸ਼ ਚੱਲ ਰਿਹਾ ਸ਼ੁਰੂ ਤੋਂ ਹੀ 6 ਮਹੀਨੇ ਤੋਂ, ਇਹਨੂੰ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਖਾਲਿਸਤਾਨ ਨਾਲ ਜੋੜਨ ਦੀ ਜਾਂ ਇਹ ਕਹਿਣ ਦੀ ਵੀ ਪਾਕਿਸਤਾਨ ਤੋਂ ਇਹਨਾਂ ਨੂੰ ਫੰਡਿੰਗ ਹੁੰਦੀ ਆ। ਤੇ ਜੇ ਦੇਖਿਆ ਜਾਵੇ ਤਾਂ 6 ਮਹੀਨੇ ਤੋਂ ਮੇਰਾ ਖਿਆਲ ਕਾਫੀ ਖਰਚਾ ਵੀ ਹੁੰਦਾ ਹੋਣਾ ਜਿਹੜਾ ਸੰਘਰਸ਼ ਚੱਲ ਰਿਹਾ। ਤੇ ਫਿਰ ਇਹਦੀ ਫੰਡਿੰਗ ਆ ਤੇ ਇਹ ਤੇ ਜਿਹੜੇ ਸਵਾਲ ਉੱਠਦੇ ਆ ਜਾਂ ਖਾਲਿਸਤਾਨ ਨਾਲ ਇਹਨੂੰ ਜੋੜਨ ਦੇ ਜਿਹੜੇ ਵਾਰ-ਵਾਰ ਸਵਾਲ ਉੱਠਦੇ ਆ, ਇਹਦੇ ਬਾਰੇ ਕੀ ਆਪਣੇ ਵਿਚਾਰ ਨੇ? ਮੈਂ ਨਾ ਇੱਕ ਬੜੇ ਖੂਬਸੂਰਤ ਸ਼ਾਇਦ ਦਾ ਤੁਹਾਨੂੰ ਸ਼ੇਅਰ ਸੁਣਾਵਾਂ ਇਹ ਤੋਂ ਪਹਿਲਾਂ। ਉਹ ਕਹਿੰਦਾ ਵੀ ਹਿੰਮਤ ਬੁਲੰਦ ਹੈ अपने पत्थर सी जान रखते हैं, कदमों तले ज़मीन तो क्या हम आसमां रखते हैं, गिरते हुओं को उठाने के लिए तो जी है दिल ज़माने के लिए, अपने लिए जिए तो क्या जिए। ਅਸੀਂ ਜਿੰਨੇ ਆ ਮਜ਼ਦੂਰਾਂ ਲਈ, ਆੜ੍ਹਤੀਆਂ ਲਈ, ਆਮ ਤੇ ਖਾਸ ਲੋਕਾਂ ਲਈ, ਬੱਚਿਆਂ ਲਈ, ਉਹ ਲੋਕ ਜਿਹੜੇ ਝੌਂਪੜੀਆਂ ਪਾ ਕੇ ਸੜਕਾਂ ਤੇ ਬੈਠੇ ਆ, ਉਹ ਲੋਕ ਜਿਹੜੇ ਸਵੇਰ ਤੋਂ ਸ਼ਾਮ ਤੱਕ ਪਸੀਨਾ ਬਹਾਉਂਦੇ ਆ ਲੇਕਿਨ ਅਮੀਰ ਉਹਨੂੰ ਦਿਹਾੜੀ ਦੇਣ ਨੂੰ ਵੀ ਤਿਆਰ ਨਹੀਂ, ਉਹਨਾਂ ਲੋਕਾਂ ਲਈ ਅਸੀਂ ਜੀਨੇ ਆ। ਸਾਨੂੰ ਖਾਲਿਸਤਾਨੀ ਕਹਿ ਦੇਣ, ਅੱਤਵਾਦੀ ਕਹਿ ਦੇਣ, ਵੱਖਵਾਦੀ ਕਹਿ ਦੇਣ, ਇਹ ਤਾਂ ਇੱਕ ਤਾਰ ਪੀਡੋ ਕਰਨ ਦੀ ਕੋਸ਼ਿਸ਼ ਹੈ ਵੀ ਆਪਾਂ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਕੇ ਰਸਤਾ ਹੋਰ ਪਵਾ ਦਈਏ। ਲੇਕਿਨ ਜਿੱਥੇ ਤੱਕ ਅਸੀਂ ਹੁਣ ਦਾ ਸਫ਼ਰ ਕੀਤਾ 5-6 ਮਹੀਨੇ ਤੋਂ ਲਗਾਤਾਰ, ਉਹਦੇ ਵਿੱਚ ਨਾ ਅਸੀਂ ਵੰਡ ਹੋਏ ਹਾਂ, ਨਾ ਅਸੀਂ ਵੰਡ ਹੋਣਾ, ਨਾ ਅਸੀਂ ਸਿੱਧੂ ਦੇ ਨਾਂ 'ਤੇ ਕੁਛ ਦੂਜੇ ਪਾਸੇ ਜਾਣ ਨੂੰ ਤਿਆਰ ਹਾਂ, ਨਾ ਅਸੀਂ ਸਿਧਾਣੇ ਦੇ ਨਾਂ 'ਤੇ ਤਿਆਰ ਨੂੰ। ਉਹ ਸਾਡੇ ਬੱਚੇ ਅਤੇ ਵੱਡੇ ਲੀਡਰ ਸਾਡੇ ਬਜ਼ੁਰਗਾਂ ਦੇ ਹੱਕ 'ਚ। ਕਿਤੇ ਕਿਤੇ ਕੋਈ ਮਾੜੀ ਮੋਟੀ ਮਤਭੇਦ ਪੈਦਾ ਹੋ ਜਾਣੇ ਸੰਘਰਸ਼ਾਂ ਦੀ ਆਮ ਰਵਾਇਤ ਆ। ਛੋਟੇ ਜਿਹੇ ਘਰਾਂ 'ਚ ਵੀ ਹੁੰਦੇ ਆ, ਬਾਹਰ ਵੀ ਹੋ ਜਾਂਦੇ ਆ, ਇੱਦਾਂ ਦੇ ਹੋ ਜਾਂਦੇ, ਲੇਕਿਨ ਅਸੀਂ ਮਜ਼ਬੂਤ ਹਾਂ। ਸਾਡਾ ਦਿੱਲੀ ਵਾਲਾ ਪੂਰਾ ਜਿਹੜਾ ਬਾਰਡਰ 'ਤੇ ਨੇ ਹੋਏ ਆ, ਬਕਾਇਦਾ ਤੌਰ 'ਤੇ ਬਹੁਤ ਮਜ਼ਬੂਤੀ ਨਾਲ ਲੜ ਰਹੇ ਹਾਂ। ਔਰ ਨਾਲ ਮੈਂ ਬੇਨਤੀ ਕਰਾਂ ਤੁਹਾਡੇ ਚੈਨਲ ਦੇ ਥਰੂ ਕਿ ਦੇਸ਼ ਦੇ ਅੰਦਰ ਜਿਹੜੀਆਂ ਫਿਰਕੂ ਤਾਕਤਾਂ ਹਿੰਦੂਵਾਦ ਦਾ ਪ੍ਰਚਾਰ ਕਰਕੇ ਸਿਰਫ ਤੇ ਸਿਰਫ ਇੱਕ ਦੇਸ਼ ਨੂੰ ਇੱਕ ਜਾਤੀ ਦਾ ਬਣਾਉਣਾ ਚਾਹੁੰਦੀਆਂ, ਉਹਨਾਂ ਲੋਕਾਂ ਨੂੰ ਕਿਸੇ ਕੀਮਤ 'ਤੇ ਇਹ ਕਿਸਾਨੀ ਸੰਘਰਸ਼ ਜਿਹੜਾ ਕਾਮਯਾਬ ਨਹੀਂ ਹੋਣ ਦਊਗਾ। ਪੰਜਾਬ ਦੀਆਂ ਤੇ ਦੇਸ਼ ਦੀਆਂ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ, ਉਹਨਾਂ ਦਾ ਕੰਮ ਤਾਂ ਸਿਰਫ 2022 ਦੀਆਂ ਇਲੈਕਸ਼ਨਾਂ ਲੜਨਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਿਹੜਾ ਸੰਘਰਸ਼ ਆ ਇਹ ਕਿਸੇ ਇੱਕ ਜਾਤ ਦਾ ਜਾਂ ਇੱਕ ਧਰਮ ਦਾ ਸੰਘਰਸ਼ ਨਹੀਂ ਹੈ।
ਨਾ ਕਿਸੇ ਇੱਕ ਸਟੇਟ ਦਾ ਇਹ ਸੰਘਰਸ਼ ਆ, ਪਰ ਇਹਨੂੰ ਵਾਰ-ਵਾਰ ਇੱਕ ਧਾਰਮਿਕ ਰੰਗਤ ਦੇ ਕੇ ਇਹਨੂੰ ਖਰਾਬ ਕਰਨ ਦੀ ਜਿਹੜੀ ਚਾਲ ਆ, ਕੀ ਇਹ ਕਾਮਯਾਬ ਹੋ ਸਕਦੀ ਸਰਕਾਰ ਦੀ, ਜਾਂ ਇਹਦੇ ਉੱਤੇ ਕੀ ਰਣਨੀਤੀ ਆ ਕਿਸਾਨ ਆਗੂਆਂ ਦੀ ਜਾਂ ਕਿਸਾਨ ਜਥੇਬੰਦੀਆਂ ਦੀ? ਦੇਖੋ, ਅਸੀਂ ਗੁਰੂ ਨਾਨਕ ਨੂੰ ਛੱਡ ਸਕਦੇ ਹਾਂ, ਗੁਰੂ ਗੋਬਿੰਦ ਸਿੰਘ ਨੂੰ ਛੱਡ ਸਕਦੇ ਹਾਂ, ਸ੍ਰੀ ਹਰਗੋਬਿੰਦ ਸਾਹਿਬ ਨੂੰ ਛੱਡ ਸਕਦੇ ਹਾਂ, ਗੁਰੂ ਅਰਜਨ ਦੇਵ ਨੂੰ ਛੱਡ ਸਕਦੇ ਹਾਂ। ਸਾਡਾ ਤਾਂ ਵਿਰਸਾ ਜਿਹੜਾ ਉਹ ਮੇਰਾ ਗੁਰੂਆਂ ਦਾ ਰਿਹਾ। ਸਾਡੀ ਕਿਸਾਨੀ ਗੁਰੂ ਨਾਨਕ ਤੋਂ ਸ਼ੁਰੂ ਹੋਈ ਆ, ਅਤੇ ਸਾਡਾ ਤਾਂ ਕੁਰਬਾਨੀਆਂ ਵਾਲਾ ਇਤਿਹਾਸ ਰਿਹਾ। ਅਸੀਂ ਕਿੱਦਾਂ ਛੱਡ ਦਿਆਂਗੇ? ਅਸੀਂ ਕਿੱਦਾਂ ਆਪਣੇ ਮਜ਼ਦੂਰ ਨੂੰ ਪਿੱਛੇ ਛੱਡ ਦਿਆਂਗੇ? ਕਿੱਦਾਂ ਉਹ ਬਸਤੀਆਂ ਜਿੱਥੇ ਸਲਾਮੀ ਏਰੀਏ ਆ ਉਹਨਾਂ ਲੋਕਾਂ ਨੂੰ ਕਿੱਥਾਂ ਛੱਡ? ਸਾਡਾ ਤਾਂ ਜਦੋਂ ਫਸਲ ਬੀਜਦੇ ਆ ਉਦੋਂ ਤੋਂ ਲੱਗ ਕੇ ਫਸਲ ਵੱਢਣ ਤੱਕ, ਕੁਤਰਨ ਤੱਕ ਅਤੇ ਘਰ ਲਿਆਉਣ ਤੱਕ ਦਾਨੀ ਹੱਥ ਆ ਸਾਡਾ। ਚਾਹੇ ਉਹ ਜਾਨਵਰ ਹੋਣ, ਚਾਹੇ ਕੋਈ ਹੋਰ ਚੀਜ਼ ਹੋਵੇ, ਸਾਰਿਆਂ ਨੂੰ ਦਾਨ ਕਰਦੇ, ਖੁੱਲ੍ਹ ਕੇ ਕਰਦੇ ਆ। ਆਹ ਪਲਾਜੇ ਤੁਸੀਂ ਬੈਠੇ ਹੋ, ਆਹ ਤੁਹਾਡੇ ਸਾਹਮਣੇ ਹੁਣੇ 5-4 ਬੱਚੇ ਲੰਗਰ ਛੱਕ ਕੇ ਗਏ ਗਰੀਬਾਂ ਦੀਆਂ ਝੌਂਪੜੀਆਂ ਵਾਲੇ ਸੀ। ਅਸੀਂ ਆਪ ਭੁੱਖੇ ਭਾਵੇਂ ਰਹਿ ਲਈਏ, ਲੇਕਿਨ ਸਾਡੇ ਕੋਲ ਆਇਆ ਹੋਇਆ ਕੋਈ ਵੀ ਸ਼ਰਨਾਰਥੀ, ਕੋਈ ਵੀ ਜਿਹੜਾ ਨਾ ਸਾਡੇ ਕੋਲ ਮੰਗਦਾ ਕੋਈ ਚੀਜ਼ ਆਸ ਕਰਦਾ, ਉਹਨੂੰ ਅਸੀਂ ਖਿਲਾਉਂਦੇ ਆ। ਅਤੇ ਇਹ ਵਿਰਸਾ ਸਾਡੇ ਪੰਜਾਬ ਦੇ ਹਰੇਕ ਚੀਜ਼ ਦਾ ਆ, ਇਕੱਲੇ ਕਿਸਾਨ ਦਾ ਨਹੀਂ। ਜਿਹੜਾ ਵੀ ਪੰਜਾਬੀ ਪੈਦਾ ਹੋਇਆ ਉਹ ਆਪਣੇ ਘਰੋਂ ਕਿਸੇ ਨੂੰ ਭੁੱਖਾ ਜਾਣ ਨੂੰ ਤੇ ਦੇਣ ਨੂੰ ਤਿਆਰ ਨੇ। ਅਸੀਂ ਦੇਸ਼ ਨੂੰ ਰਜਾਇਆ ਅੰਨ ਪੈਦਾ ਕਰਕੇ, ਅਸੀਂ ਦੇਸ਼ ਦੇ ਸਟੋਰ ਭਰੇ ਕਰਿਆ ਮਿਹਨਤਾਂ ਕਰਕੇ। ਤਾਂ ਜੇ ਅੱਜ ਉਹੀ ਲੋਕ ਜਿਨ੍ਹਾਂ ਦੇ ਘਰ ਅਸੀਂ ਭਰੇ ਆ, ਉਹ ਸਾਨੂੰ ਕਿਸੇ ਅਮੀਰ ਦੇ ਹੱਥ ਵਿੱਚ ਵੇਚ ਕੇ ਇਹ ਕਹਿਣ ਵੀ ਤੁਹਾਡੀਆਂ ਜ਼ਮੀਨਾਂ ਉਹਨਾਂ ਨੂੰ ਠੇਕੇ 'ਤੇ ਦੇ ਦੇਣੀਆਂ ਅਤੇ ਤੁਸੀਂ ਉਹਨਾਂ ਦੀ ਦਿਹਾੜੀ ਕਰੋ। ਜੱਟ ਜਾਂ ਕਿਸਾਨ ਜਿਹਨੂੰ ਪੰਜਾਬੀ ਕਹਿੰਦੇ ਆ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕਦੀ ਨਹੀਂ ਮਰੀ। ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਔਰ ਕਿਸੇ ਵੀ ਕੀਮਤ ਉੱਪਰ ਪੰਜਾਬ 'ਤੇ ਕਬਜ਼ਾ ਨਹੀਂ ਕਰਨ ਦਿਆਂਗੇ। ਅਸੀਂ ਠੋਕ ਕੇ ਖੜ੍ਹੇ ਹਾਂ, ਆਪਣੀ ਸੰਘਰਸ਼ ਲੜਾਂਗੇ। ਔਰ ਸਾਡਾ ਛੋਟਾ ਤੋਂ ਛੋਟਾ ਬੱਚਾ ਉਹ ਵੀ ਹੱਥ 'ਚ ਖਾ ਕੇ ਕਹਿੰਦਾ ਮੋਦੀ ਮੁਰਦਾਬਾਦ, ਕਿਸਾਨ ਏਕਤਾ ਜਿੰਦਾਬਾਦ। 2-2, 3-3 ਸਾਲ ਦੇ ਬੱਚੇ ਵੀ ਸਾਈਕਲਾਂ ਦੇ ਝੰਡੇ ਲਾਈ ਫਿਰਦੇ ਆ, ਛੋਟੀਆਂ ਸਾਈਕਲ ਲੈ ਕੇ। ਅਤੇ ਸਾਨੂੰ ਇਹ ਕਦੋਂ ਮਾਰਨ ਵਾਲੇ ਹੋ ਗਏ? ਇਹਨਾਂ ਤੋਂ ਅਸੀਂ ਨਹੀਂ ਡਰਦੇ। ਇਹ ਆਪਣਾ ਸੋਚਣ, ਸਾਡੇ ਸਾਰੇ ਬੰਗਾਲ ਗਏ ਆ ਸੰਜਮੋਤ, ਇਸੇ ਕਰਕੇ ਗਏ ਨਾ। ਆਪਾਂ ਲੋਕਾਂ ਨੂੰ ਦੱਸੀਏ ਵੀ ਇਹ ਜੇ ਸਾਨੂੰ ਖਾਣ ਦੀ ਸਕੀਮ ਨਾਲ ਤਾਂ ਤੁਹਾਨੂੰ ਵੀ ਖਾ ਜਾਣਗੇ। ਅਗਰ ਇਹਨਾਂ ਨੂੰ ਅਸੀਂ ਅੱਗੇ ਲਿਆਉਂਦੇ ਆ, ਇਹ ਦੇਸ਼ ਨੂੰ ਕਿਸੇ ਸਿਸਟਮ ਵੱਲ ਧੱਕ ਦੇਣਗੇ ਜਿੱਥੇ ਗਰੀਬ ਹਮੇਸ਼ਾ ਲਈ ਖਤਮ ਹੋਗਾ ਅਤੇ ਅਮੀਰਾਂ ਦਾ ਦਬਦਬਾ ਹੋ ਜਾਏਗਾ। ਧਾਮੀ ਸਾਹਿਬ, ਇੱਕ ਬਹੁਤ ਵੱਡਾ ਸਵਾਲ ਆ, ਜਿਹੜੇ ਹੁਣ ਕਿਸਾਨ ਆਗੂ ਆਪਣੇ ਉੱਥੇ ਗਏ ਆ ਬੰਗਾਲ ਪ੍ਰਚਾਰ ਕਰਨੇ ਗਏ ਕਿਸਮ ਦਾ, ਉਹ ਕੀ ਉਹ ਕਿਸੇ ਖਾਸ ਪਾਰਟੀ ਦਾ ਪ੍ਰਚਾਰ ਕਰਨਗੇ ਜਾਂ ਸਿਰਫ ਆਪਣੇ ਜਿਹੜਾ ਸਰਕਾਰ ਆ ਉਹਦੀ ਸਿਰਫ ਵਿਰੋਧੀ ਪ੍ਰਚਾਰ ਹੀ ਕਰਨਗੇ? ਆਪਣੀ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸੇ ਇੱਕ ਪਾਰਟੀ ਦਾ ਕੋਈ ਕਰਦੀਆਂ ਸਹਿਮਤੀ? ਬਿਲਕੁਲ ਨਹੀਂ, ਬਿਲਕੁਲ ਜੀ। ਅਸੀਂ ਤਾਂ ਸਿਰਫ ਇਹ ਕਹਿਣ ਗਏ ਵੀ ਬੀਜੇਪੀ ਨੂੰ ਵੋਟਾਂ ਨਹੀਂ ਪਾਉਣੀਆਂ, ਬਾਕੀ ਤੁਹਾਡੀ ਆਪਣੀ ਮਰਜ਼ੀ ਹੈ। ਯਾਨੀ ਕਿਸੇ ਇੱਕ ਪਾਰਟੀ ਨੂੰ ਕੋਈ ਸਮਰਥਨ ਨਹੀਂ ਹੈ? ਉਹ ਸਾਡਾ ਪੰਜਾਬ 'ਚ ਕਿਸੇ ਪਾਰਟੀ ਦਾ ਕੋਈ ਸਮਰਥਨ ਨਹੀਂ। ਅਸੀਂ ਸਿਰਫ ਕਹਿੰਦੇ ਆ ਉਹਨਾਂ ਲੋਕਾਂ ਦਾ ਤੁਰਨਾ ਸੀ ਜਿਹੜੇ ਲੋਕ ਸਾਡੇ ਕਿਸਾਨੀ ਦੇ ਨਾਲ ਆ। ਇਹੀ ਗੱਲ ਅਸੀਂ ਪੱਛਮੀ ਬੰਗਾਲ 'ਚ ਕਹਿਣੀ ਆ, ਇਹੀ ਗੱਲ ਅਸੀਂ ਕਿਤੇ ਹੋਰ ਸਟੇਟ ਇਲੈਕਸ਼ਨ ਹੋਈ ਉੱਥੇ ਜਾ ਕਹਿਣੀ ਆ ਵੀ ਬੀਜੇਪੀ ਨੂੰ ਭਜਾਓ, ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਚੁਣ ਲਓ। ਲੇਕਿਨ ਇਹ ਜਿਹੜੀ ਕੈਟਾਗਰੀ ਨਾ ਮੋਦੀ ਭਗਤਾਂ ਦੀ ਆ, ਇਹਨੂੰ ਦੇਸ਼ ਦੇ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਹਰੇਕ ਬੰਦਾ ਖਾਤਮੇ ਵਾਲਿਆ ਦੇਸ਼ ਦੀਆਂ ਬੰਦਰਗਾਹਾਂ, ਰੇਲਵੇ, ਲਾਲ ਕਿਲੇ, ਜੋ ਵੀ ਹੱਥ ਆਉਂਦਾ, ਬੈਂਕਾਂ ਦੇ ਜਿਕਰ ਵੀ ਕੰਢਾ ਆ, ਉਹਨਾਂ ਦੇ ਥੱਲੇ ਡਿਆ ਆ। ਇਹ ਸਾਰੀਆਂ ਨਹੀਂ ਹੋਣ ਦੇਣੀਆਂ। ਇਸੇ ਕਰਕੇ ਸਾਡੇ ਕਿਸਾਨ ਟੋਲ ਪਲਾਜ਼ਾ ਤੋਂ ਲੈ ਕੇ ਬੰਗਾਲ ਦੀ ਧਰਤੀ ਤੋਂ ਲੈ ਕੇ ਬਾਕੀ ਕਲਕੱਤਾ ਜਿੱਥੇ ਵੀ ਹੈਗਾ ਉਹ ਤੱਕ ਇਹ ਪ੍ਰਚਾਰ ਕਰਨ ਗਏ ਆ, ਦੱਸਣ ਗਏ ਲੋਕੋ ਅੱਜ ਅਸੀਂ ਸੜਕਾਂ 'ਤੇ ਆ, 6-6 ਮਹੀਨੇ ਤੋਂ ਭੁੱਖੇ ਬੈਠੇ ਆ। ਸਾਡਾ 300 ਕਿਸਾਨ ਸ਼ਹੀਦ ਹੋ ਗਿਆ, ਕੋਈ ਰਸਤੇ ਜਾ ਕੇ ਮਰ ਗਿਆ, ਕੋਈ ਇਹਨਾਂ ਤੋਂ ਦੁਖੀ ਹੋਏ ਖੁਦਕਸ਼ੀਆਂ ਕਰ ਗਿਆ। ਉਹਨਾਂ ਦੇ ਪਰਿਵਾਰਾਂ ਦਾ ਬਣੂਗਾ ਜੇ ਸਾਡੇ ਬੰਦੇ ਮਰ ਸਕਦੇ ਆ, ਸਾਡੇ ਕਿਸਾਨ, ਸਾਡੇ ਬੱਚੇ ਸ਼ਹੀਦ ਹੋ ਸਕਦੇ ਆ, ਅਤੇ ਤੁਹਾਨੂੰ ਵੀ ਇਹਨਾਂ ਨੇ ਬਖਸ਼ਣਾ ਨਹੀਂ। ਇਹਨਾਂ ਤੋਂ ਸਾਵਧਾਨ ਹੋ ਜਾਓ। ਦੇਖੋ ਧਾਮੀ ਸਾਹਿਬ, ਜਿਹੜੇ ਆਪਣੇ ਕਿਸਾਨ ਜਦੋਂ ਵੀ ਇੱਧਰ ਦਿੱਲੀ ਗਏ ਆ, ਉਦੋਂ ਇਹਨਾਂ ਨੂੰ ਪਹਿਲਾਂ ਬੈਰੀਗੇਡ ਲਾ ਕੇ ਰੋਕਿਆ ਗਿਆ, ਉੱਥੇ ਸੜਕਾਂ ਵੀ ਪੱਟੀਆਂ ਗਈਆਂ, ਅਤੇ 26 ਤਰੀਕ ਨੂੰ ਜਿਹੜੇ ਕਿਸਾਨ ਦਿੱਲੀ ਗਏ ਉਹਨਾਂ 'ਤੇ ਤਾਂ ਪਰਚੇ ਦਰਜ ਹੋਏ, ਪਰ ਜਿਹੜੇ ਪ੍ਰਸ਼ਾਸਨ ਨੇ ਜਾਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਆਪਣੇ ਸੜਕਾਂ ਪੱਟੀਆਂ ਸੀ, ਕੀ ਉਹਨਾਂ 'ਤੇ ਇਹ ਜਿਹੜੇ ਕੋਈ ਕਾਰਵਾਈ ਨਹੀਂ ਬਣਦੀ ਸੀ ਕਾਨੂੰਨੀ? ਕੱਲ੍ਹ ਹੀ ਅਸੀਂ ਆਪਣੇ ਬਿਆਨ 'ਚ ਜਵਾਬ ਦਿੱਤਾ ਸੀ। ਉੱਥੇ ਇੱਕ ਬੋਰ ਬਠਿੰਡੇ ਦੇ ਬੰਦੇ ਨੇ ਕਰਵਾਇਆ, ਉਹਦੇ ਬਲਵੀਰ ਸਿੰਘ ਸ਼ਾਇਦ ਨਾਂ ਸੀ, ਉਹਦੇ ਨਾਂ 'ਤੇ ਪਰਚਾ ਕੱਟਿਆ ਗਿਆ। ਜੇ ਕਿਸੇ ਨੇ 4 ਇੱਟਾਂ ਦੀਆਂ ਉਹਦੇ ਨਾਂ 'ਤੇ ਪ੍ਰਸ਼ਾਸਨ ਆ ਗਿਆ, ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਸੜਕਾਂ ਬਣਾਉਣ ਵਾਲੀ, ਉਹਨੇ ਪਰਚੇ ਕੀਤੇ। ਅਸੀਂ ਇਹ ਪੁੱਛਿਆ ਸੀਗਾ ਕਿ ਜਦੋਂ ਸਾਡੇ ਕਿਸਾਨ ਦਿੱਲੀ ਆਏ ਆ, ਤੁਸੀਂ 20-20 ਫੁੱਟ ਡੂੰਘੀਆਂ ਸੜਕਾਂ ਪਰ ਛੱਡੀਆਂ, ਸੜਕਾਂ 'ਤੇ ਬੈਰੀਕੇਡਿੰਗ ਕਰਤੀ, ਇੰਨੀਆਂ ਸੜਕਾਂ ਖਰਾਬ ਕੀਤੀਆਂ ਜਿਹੜੀਆਂ ਸਾਲਾਂ ਬਾਅਦ ਮੁੜ ਕੇ ਬਣ ਨਹੀਂ ਸਕਦੀਆਂ। ਤੁਸੀਂ ਬੀਜੇਪੀ ਸਰਕਾਰ 'ਤੇ, ਹਰਿਆਣੇ ਵਾਲਿਆਂ 'ਤੇ ਮੋਦੀ ਦੀ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਸੀ, ਕਿਉਂ ਨਹੀਂ ਪਰਚੇ ਕੀਤੇ? ਕਿਉਂ ਨਹੀਂ ਪੁੱਛਿਆ ਵੀ ਤੁਹਾਡੇ ਆਪਣੇ ਲੋਕ ਸੀ, ਕੋਈ ਪਾਕਿਸਤਾਨ ਤੋਂ ਆਇਆ ਨਹੀਂ ਸੀ, ਹਮਲਾ ਕਰਨ ਤੋਂ ਆਇਆ ਨਹੀਂ ਸੀ, ਇਹ ਤਾਂ ਆਪਣੇ ਹੱਕਾਂ ਲਈ 2 ਦਿਨ ਬੈਠਣ ਆਏ ਸੀਗੇ। ਤੁਸੀਂ ਨਹੀਂ ਬਣੇ, ਤੁਸੀਂ ਉਲਟਾ ਉਹਨਾਂ ਨੂੰ ਆਪਣੇ ਦੇਸ਼ ਦੇ ਵਿਰੋਧੀ ਬਣਾ ਕੇ, ਬਗਾਵਤੀ ਬਣਾ ਕੇ ਪੇਸ਼ ਕਰਤਾ। ਅਤੇ ਬਗਾਵਤ ਕਰੋ ਹੁੰਦੀ ਹੈ,
ਇੱਕ ਬੱਚਾ ਆਪਣੇ ਬਾਪ ਤੋਂ ਬਾਗੀ ਕਦੋਂ ਹੁੰਦਾ? ਜਦੋਂ ਉਹਦਾ ਬਾਪ ਉਹਦੀ ਗੱਲ ਨਹੀਂ ਸੁਣਦਾ। ਜਦੋਂ ਕੋਈ ਦੇਸ਼ ਦਾ ਰਾਜਾ ਆਪਣੀ ਜਨਤਾ ਦੀ ਗੱਲ ਨਹੀਂ ਸੁਣਦਾ, ਕੌਮਾਂ ਬਾਗੀ ਹੁੰਦੀਆਂ। ਤੇ ਜਦੋਂ ਬਾਗੀ ਹੁੰਦੀਆਂ ਸਰ ਜੀ, ਉਸ ਵੇਲੇ ਜੋ ਹਸ਼ਰ ਹੁੰਦਾ ਉਹ ਸਾਡੀਆਂ ਕੌਮਾਂ ਨੇ ਦੇਖਿਆ ਆ। 1947 ਦੀ ਜੰਗ ਵੀ ਦੇਖੀ, ਉਹ ਤੋਂ ਬਾਅਦ ਵੀ ਬਹੁਤ ਕੁਝ ਦੇਖਿਆ। ਅਗਰ ਕੌਮਾਂ ਬਾਗੀ ਹੁੰਦੀਆਂ ਤਾਂ ਦੇਸ਼ ਦਾ ਵਿਕਾਸ ਰੁਕਦਾ ਹੈ। ਦੇਸ਼ ਦਾ ਵਿਕਾਸ ਰੁਕਦਾ, ਗਰੀਬੀ ਰੇਖਾ ਤੋਂ ਥੱਲੇ ਜਾਂਦੇ ਆ। ਜਦੋਂ ਗਰੀਬੀ ਖਤਮ ਵੱਧਦੀ ਹੈ, ਉਸ ਵੇਲੇ ਫਿਰ ਦੁਬਾਰਾ ਬਗਾਵਤ ਹੁੰਦੀ ਆ। ਉਹ ਬਗਾਵਤ ਕਿਹੜੀ ਆ? ਝੁੱਗੀਆਂ ਵਿੱਚ ਝੂਠੀ ਬਗਾਵਤ ਕਦੀ ਦੇਸ਼ ਨੂੰ ਸਾੜ ਕੇ ਰੱਖ ਦਿੰਦੀ ਆ। ਔਰ ਇਹੋ ਜਿਹੇ ਸ਼ਾਸਕ ਜਿਹੜੇ ਲੋਕਾਂ ਨੂੰ ਭਰਮ ਭੁਲੇਖਿਆਂ 'ਚ ਪਾ ਕੇ ਆਪਣੀ ਰੋਟੀ ਸਿੱਧੀ ਕਰ, ਆਪਣਾ ਹੱਥ ਸਿੱਧਾ ਕਰਨਾ, ਇਹ ਫਿਰ ਮੁੜ ਕੇ ਸਦੀਆਂ ਤੱਕ ਸਿਆਸੀ ਮੌਤ 'ਚੋਂ ਉੱਠਦੇ ਨਹੀਂ ਤੇ ਲੋਕੀ ਮਰਨ ਤੋਂ ਬਾਅਦ ਵੀ ਫਿਰ ਜੁੱਤੀਆਂ ਦੇ ਹਾਰ ਗਲਾਂ 'ਚ ਪਾਉਂਦੇ। ਜੇ ਆਪਾਂ 26 ਤਰੀਕ ਦੇ ਜਿਹੜੇ ਵਾਕਿਆ ਦੀ ਉੱਥੇ ਗੱਲ ਕਰੀਏ ਤਾਂ ਉੱਥੇ ਜਿਹੜੇ ਆ ਕਿਸਾਨ ਆਗੂਆਂ ਤੇ ਪਰਚੇ ਕੀਤੇ ਗਏ ਆ। ਕਦੀ ਕਿਹਾ ਗਿਆ ਜੀ ਇਹ ਖਾਲਿਸਤਾਨ ਵਾਲਿਆਂ ਨੇ ਇੱਦਾਂ ਕਰਵਾਤਾ ਹੈ, ਜਾਂ ਵਿਰੋਧੀ ਪਾਰਟੀਆਂ ਨੇ ਸਾਰਾ ਕੁਝ ਕਰਵਾਤਾ। ਕਿ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਜਾਂ ਜਿਹੜਾ ਪ੍ਰਸ਼ਾਸਨ ਆ ਉੱਥੇ ਦਾ, ਦਿੱਲੀ ਪ੍ਰਸ਼ਾਸਨ ਸੀਗਾ ਸੈਂਟਰ ਦਾ ਜਿਹੜਾ ਸੀਗਾ, ਤੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਇਸ ਚੀਜ਼ ਦੀ ਵੀ ਉਹਦੀ ਜਿਹੜੀ ਰੱਖਿਆ ਕਰਨੇ ਦੀ ਜਿਹੜੀ ਜ਼ਿੰਮੇਵਾਰੀ ਸਾਰੀ ਗ੍ਰਹਿ ਮੰਤਰੀ ਦੀ ਹੁੰਦੀ ਹੈ ਦੇਸ਼ ਦੇ। ਦੇਖੋ, ਦੇਸ਼ ਦਾ ਗ੍ਰਹਿ ਮੰਤਰੀ ਜੇ ਕਹਿ ਲਏ ਵੀ ਦੇਸ਼ ਦੀ ਮਾਂ ਆ, ਜਿਹਨੇ ਸਾਰੇ ਦੇਸ਼ ਦੇ ਲਾਅ ਐਂਡ ਆਰਡਰ ਨੂੰ ਦੇਖਣਾ, ਉਹਨੇ ਦੇਖਣਾ ਵੀ ਆਹ ਅਗਰ ਕੰਮ ਹੋਣ ਲੱਗਾ ਤਾਂ ਮੈਂ ਰੋਕਣਾ ਕਿੱਦਾਂ ਆ। ਉਹਦੇ ਵਿੱਚ ਤਸ਼ੱਦਦ ਨੂੰ ਜਗ੍ਹਾ ਨਹੀਂ ਹੁੰਦੀ। ਤਸ਼ੱਦਦ ਤਦ ਆਪਾਂ ਕਰਦੇ ਜਦੋਂ ਬੰਦਾ ਬੇਮੁਹਾਰਾ ਹੋ ਜਾਏ, ਸਾਂਭਿਆ ਨਾ ਜਾਏ। ਤਾਂ ਜੇ ਸਿੱਧੇ ਤੌਰ ਤੇ ਇੱਕ ਸੜਕ 'ਤੇ ਤੁਰਿਆ ਆ ਬੰਦਾ ਆ, ਉਹ ਤੇ ਤੁਸੀਂ ਬੈਰੀਕੇਡ ਲਾ ਕੇ ਉਹਨੂੰ ਲਾਲ ਕਿਲੇ ਵੱਲ ਮੋੜ ਦਿਓਗੇ। ਹੁਣ ਇੱਥੋਂ ਗਏ ਲੋਕਾਂ ਨੂੰ ਲਾਲ ਕਿਲੇ ਬਾਰੇ ਕੀ ਬਾਤ ਵੀ ਕਿਹੜਾ ਰਸਤਾ ਆ? ਇਹਨਾਂ ਨੇ ਜਾਣਬੁੱਝ ਕੇ ਮੈਲਾਫਾਈਡ ਇੰਟੈਂਸ਼ਨ ਨਾਲ ਉਹਦੇ ਬੈਰੀਕੇਡ ਕਰਕੇ ਦੂਜੇ ਪਾਸੇ ਨੂੰ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਰਸਤਾ ਮੋੜਿਆ। ਉਹ ਤਾਂ ਜੇ ਉਸ ਪਾਸੇ ਗਏ ਆ, ਸਾਡੇ ਲੋਕ ਚਲੇ ਗਏ, ਮੁੰਡੇ ਚਲੇ ਗਏ ਆ, ਤਾਂ ਮੈਂ ਸਮਝਦਾ ਕੋਈ ਬੁਰਾਈ ਨਹੀਂ। ਜੇ ਸਾਡੇ ਤੇ ਇਹ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਤਾਂ ਲਾਲ ਕਿਲ੍ਹਾ ਤਾਂ ਸਾਡਾ ਆ। ਲਾਲ ਕਿਲ੍ਹਾ ਦੇਸ਼ ਦੀ ਜਨਤਾ ਦਾ, ਇਹਨਾਂ ਦਾ ਬਾਪੂ ਥੋੜ੍ਹੀ ਰਿਹਾ ਕਿਤੇ ਬਣਵਾ ਕੇ। ਤਾਂ ਜੇ ਉੱਥੇ ਸਾਡਾ ਝੰਡਾ ਚੜ੍ਹ ਗਿਆ ਸਿੱਖੀ ਦਾ, ਤਾਂ ਕੀ ਕਹਿਰ ਆ ਗਿਆ? ਇਹਨਾਂ ਦੇ ਗੱਡੀਆਂ ਦੇ ਫੌਜ ਦੀਆਂ ਗੱਡੀਆਂ ਮੋਹਰੇ ਝੰਡੇ ਲੱਗੇ ਆ, ਬਾਰਡਰਾਂ 'ਤੇ ਝੰਡੇ ਲੱਗੇ ਹੋ ਆ। ਜਿੱਥੇ ਕਿਤੇ ਸਾਡੇ ਗੁਰਦੁਆਰਾ ਸਾਹਿਬ ਜਾਂਦੇ ਆ, ਉੱਥੇ ਵੀ ਖੰਡੇ ਵਾਲਾ ਪਟਕਾ ਸਿਰ 'ਤੇ ਬੰਨ੍ਹਿਆ ਹੁੰਦਾ। ਉਸ ਵੇਲੇ ਖਾਲਿਸਤਾਨ ਨਹੀਂ ਨਜ਼ਰ ਆਉਂਦਾ, ਉਸ ਵੇਲੇ ਬਾਗੀ ਨਜ਼ਰ, ਉਹਦੇ ਪਾਕਿਸਤਾਨ ਨਜ਼ਰ ਨਹੀਂ ਆਉਂਦੇ। ਇਹ ਸਾਰੀਆਂ ਗੱਲਾਂ ਸੰਘਰਸ਼ਾਂ ਨੂੰ ਬਦਨਾਮ ਕਰਨ ਲਈ, ਕੌਮਾਂ ਨੂੰ ਬਦਨਾਮ ਕਰਨ ਲਈ ਕੀਤੀਆਂ ਜਾਂਦੀਆਂ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਦੇਸ਼ ਦੇ ਉਹ ਲੋਕ ਹਾਂ ਜਿਹੜੇ ਸ਼ਾਂਤੀ ਰੱਖਦੇ ਹਾਂ। ਅਸੀਂ ਦੇਸ਼ ਦੇ ਉਹ ਲੋਕ ਹਾਂ ਜਿਹੜੀ ਹਮੇਸ਼ਾ ਸਰਹੱਦਾਂ ਦੇ ਉੱਪਰ ਆਪਣੇ ਦੇਸ਼ ਦੀ ਰਾਖੀ ਕਰਕੇ ਇੱਜ਼ਤਾਂ ਬਤਾਈਆਂ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਹਿੰਦੂਆਂ ਦੀਆਂ ਕੁੜੀਆਂ ਜਦੋਂ ਮੁਗਲ ਲਾ ਕਰਕੇ ਤੇ ਉਸ ਵੇਲੇ ਉਹਨਾਂ ਦੀਆਂ ਕੁੜੀਆਂ ਨੂੰ ਆਪਣੀਆਂ ਭੈਣਾਂ ਸਮਝ ਕੇ, ਧੀਆਂ ਸਮਝ ਕੇ ਬਚਾ ਕੇ ਇਹਨਾਂ ਦੇ ਘਰੀ ਬਚਾਇਆ। ਤੇ ਅੱਜ ਅਸੀਂ ਜਿਹੜੇ ਇਹਨਾਂ ਦੀਆਂ ਕੁੜੀਆਂ ਬਚਾਉਣ ਵਾਲੇ, ਧੀਆਂ ਬਚਾਉਣ ਵਾਲੇ, ਆਪਣੀ ਇਹਨਾਂ ਦੀਆਂ ਕੁੜੀਆਂ ਨੂੰ ਆਪਣੀਆਂ ਭੈਣਾਂ ਧੀਆਂ ਕਹਿਣ ਵਾਲੇ ਲੋਕ ਅੱਤਵਾਦ ਤੇ ਖਾਲਿਸਤਾਨੀ ਹੋ ਗਏ। ਕਿੱਦਾਂ ਹੋ ਸਕਦਾ ਹੈ? ਅਸੀਂ ਵਧੀਆ ਲੋਕ ਹਾਂ, ਗੁਰੂ ਸਾਹਿਬ ਦੀ ਬਾਣੀ ਨੂੰ ਅਰਦਾਸ ਕਰਕੇ ਹਮੇਸ਼ਾ ਤੁਰਦੇ ਹਾਂ। ਤੇ ਹੁਣ ਵੀ ਅਸੀਂ ਅਰਦਾਸ ਕਰਕੇ ਤੁਰੇ ਹਾਂ ਸਾਰੇ ਜਾਣੇ ਵੀ ਸੱਚਾ ਪਾਤਸ਼ਾਹ ਤੌਫੀਕ ਬਖਸ਼ੀ, ਆਪਣੇ ਹੱਕਾਂ ਲਈ ਚੱਲਣੇ, ਆਪਣੇ ਹੱਕਾਂ ਲਈ ਲੜਨਾ, ਸਾਨੂੰ ਕਿਸੇ ਨਾਲ ਵਾਅਦਾ ਨਾ ਕਰਾਈ ਤੇ ਸਾਡਾ ਸੰਘਰਸ਼ ਸਫਲਤਾ ਦੀਆਂ ਪੌੜੀਆਂ ਪਾਰ ਕਰਾ ਦੇਈ। ਅਸੀਂ ਉੱਥੇ ਕਿਸੇ ਨੂੰ ਕੁਛ ਕਹਿਣ ਨਹੀਂ ਗਏ। ਤੇ ਮੈਂ ਵੀ ਦਾਅਵੇ ਨਾਲ ਕਹਿਣਾ ਕਿ ਦਿੱਲੀ ਦੇ ਗਰੀਬਾਂ ਦੇ ਲੱਖਾਂ ਲੋਕਾਂ ਨੇ, ਲੱਖਾਂ ਬੱਚਿਆਂ ਨੇ ਕਿਸਾਨਾਂ ਦੀਆਂ ਝੁੱਗੀਆਂ 'ਚ ਆ ਕੇ, ਟਰਾਲੀਆਂ ਜਾ ਕੇ ਲੰਗਰ ਛਕਿਆ। ਅਸੀਂ ਉਹਨਾਂ ਨੂੰ ਵੀ ਆਪਣੇ ਬੱਚੇ ਮੰਨਿਆ। ਤੇ ਜਿਨ੍ਹਾਂ ਨੇ ਸਾਡੇ 'ਤੇ ਤਸ਼ੱਦਦ ਕੀਤੇ ਪੁਲਿਸ ਨੇ ਉੱਥੇ ਦੀ ਨੇ, ਉਹਨਾਂ ਨੂੰ ਆਪਣੇ ਬਰਾਬਰ ਬਿਠਾ ਕੇ ਅਸੀਂ ਲੰਗਰ ਵੀ ਛਕਾਏ ਆ। ਤਾਂ ਜੇ ਉਹ ਪੁਲਿਸ ਸਾਡੇ ਬੱਚਿਆਂ ਨੂੰ ਨਜਾਇਜ਼ ਪਰਚੇ ਪਾ ਕੇ ਉਹਨਾਂ 'ਤੇ ਤਸ਼ੱਦਦ ਕਰਦੀ ਆ, ਤਾਂ ਇਹੋ ਜਿਹੇ ਪੁਲਿਸ ਦੇ ਵੀ ਲੱਖ ਲਾਹਨਤ ਆ, ਤਾਂ ਐਡਮਿਨਿਸਟ੍ਰੇਸ਼ਨ 'ਤੇ ਵੀ ਲਾਹਨਤ ਆ, ਤਾਂ ਦੇਸ਼ ਦੇ ਉਸ ਗ੍ਰਹਿ ਮੰਤਰੀ ਨੂੰ ਵੀ ਲਾਹਨਤ ਆ ਵੀ ਤੂੰ ਆਪਣੇ ਲੋਕਾਂ 'ਤੇ ਆਹ ਕੰਮ ਕਰਦੇ ਆ ਜਿਹੜਾ ਨਹੀਂ ਸੀ ਕਰਨਾ ਚਾਹੀਦਾ। ਲੋਕ ਤਾਂ ਤੇਰੇ ਕੋਲ ਗੱਲ ਦੱਸਣਾ ਵੀ ਸਾਡਾ ਆਹ ਚਾਹੀਦਾ, ਸਾਨੂੰ ਤੁਹਾਡੇ ਕਾਨੂੰਨ ਨਹੀਂ ਚਾਹੀਦੇ, ਸਾਨੂੰ ਇਹ ਸੂਤ ਨਹੀਂ ਕਰਦੇ, ਸਾਨੂੰ ਸਾਡੇ ਰਹਿਮ 'ਤੇ ਰਹਿਣ ਦਿਓ। ਤੁਸੀਂ ਕਿਹੜਾ ਤਸ਼ੱਦਦ ਕਰਦੇ ਹੋ? ਅਸੀਂ ਕਿੱਥੋਂ ਵੱਖਵਾਦੀ ਹਾਂ? ਅਜੇ ਤੱਕ ਗੁਰੂ ਨਾਨਕ ਦੇ ਆ ਸਭੇ ਸਾਂਝੀ ਵਾਲ ਸਤਾਇਣ, ਕੋਈ ਨਾ ਦੱਸੇ ਬਾਹਰਾ ਜਿਓ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਅਸੀਂ ਤਾਂ ਸਾਰੀ ਸੰਗਤ ਨੂੰ ਆਪਣਾ ਸਮਝਦੇ ਹਾਂ, ਸਾਡੇ ਦੇਸ਼ ਨੂੰ ਆਪਣਾ ਸਮਝਦੇ ਹਾਂ। ਅਸੀਂ ਤਾਂ ਤੁਹਾਡਾ ਸਾਰਾ ਦੇਸ਼ ਜਿੱਥੇ ਜਿੱਥੇ ਤੁਹਾਡਾ ਕੋਈ ਵੀ ਨਹੀਂ ਕਦੀ ਪਹੁੰਚਿਆ ਸੀ, ਉਹਨਾਂ ਆਬਾਦੀਆਂ ਨੂੰ ਵੀ ਜਾ ਕੇ ਆਬਾਦ ਕਰਤਾ ਪੰਜਾਬੀਆਂ ਨੇ। ਅਸੀਂ ਤਾਂ ਤੁਹਾਡੇ ਦੇਸ਼ ਦਾ ਮਾਣ ਬਾਹਰਲੀਆਂ ਕੰਪਨੀਆਂ, ਬਾਹਰਲੇ ਮੁਲਕਾਂ ਵਿੱਚ ਜਾ ਕੇ ਵਧਾਇਆ। ਸਾਡੀਆਂ ਕੁੜੀਆਂ, ਪੰਜਾਬੀਆਂ ਦੀਆਂ ਕੁੜੀਆਂ ਉੱਥੇ ਜੱਜ ਬਣੀਆਂ, ਪਾਇਲਟ ਬਣੀਆਂ, ਉੱਥੇ ਦੇ ਡਿਪਟੀ ਜਿਹੜੇ ਰਾਸ਼ਟਰਪਤੀ ਉਹ ਤੱਕ ਬਣ ਗਈਆਂ। ਸਾਡੇ ਨੌਜਵਾਨ ਏਡੇ ਏਡੇ ਵਧੀਆ ਅਹੁਦਿਆਂ 'ਤੇ ਬੈਠੇ ਆ। ਇਹ ਸਾਰਾ ਮਾਣ ਜਿਹੜਾ ਉਹ ਪੰਜਾਬੀਆਂ ਨੇ ਦਵਾਇਆ। ਤੁਹਾਡੇ ਵਿੱਚੋਂ ਕਿਹੜਾ ਬਾਤ ਸਾਨੂੰ ਮਾਣ ਦਵਾਉਣ ਵਾਲਾ? ਸਾਡੇ ਮਾਣ ਨੂੰ ਤੋਸ਼
ਮਾਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ, ਸਾਡੇ ਮਾਨ ਨੂੰ ਕਾਇਮ ਰੱਖ ਕੇ ਦੇਸ਼ ਨੂੰ ਅੱਗੇ ਵਿਕਾਸ ਵੱਲ ਖੜਨ ਦੀ ਕੋਸ਼ਿਸ਼ ਕਰੋ। ਬਿਲਕੁਲ ਜਿਹੜਾ ਆ ਸ਼ਾਂਤਮਈ ਜਿਹੜਾ ਇਹ ਸੰਘਰਸ਼ ਇੰਨੇ ਚਿਰ 'ਚੋਂ ਚੱਲ ਰਿਹਾ ਆ ਤੇ ਇਹਦਾ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਸਹਿਯੋਗ ਮਿਲਿਆ ਆ, ਤੇ ਹੁਣ ਜਿਹੜਾ ਆਉਣ ਵਾਲੇ ਸਮੇਂ ਲਈ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜਨਤਾ ਅੱਗੇ ਜਾਂ ਸਰਕਾਰ ਅੱਗੇ ਵੀ? ਮੈਂ ਤਾਂ ਅਪੀਲ ਕਰ ਰਿਹਾ ਸਰਕਾਰ ਨੂੰ ਵੀ ਦੇਸ਼ ਦੀ ਜਨਤਾ ਸਰਕਾਰ ਦੇ ਬੱਚੇ ਆ। ਦੇਸ਼ ਦੀ ਜਨਤਾ ਸਰਕਾਰ ਦਾ ਉਹ ਅੰਗ ਆ ਜਿਹੜੀ ਜਿਹਨੂੰ ਤੁਸੀਂ ਭੀੜ ਕਹਿੰਦੇ ਹੋ। ਇਸ ਭੀੜ ਨੂੰ ਜਿਤਾ ਕੇ ਤੁਸੀਂ ਤਾਜ ਤੇ ਬੈਠੇ ਹੋ, ਤੇ ਅੱਜ ਉਹੀ ਲੋਕ ਸਾਨੂੰ ਜੇ ਭੀੜਾਂ ਲੱਗ ਪਏ, ਹਜੂਮ ਲੱਗਣ ਲੱਗ ਪਏ, ਤੁਹਾਡੀ ਇਹ ਬਦਕਿਸਮਤੀ ਆ। ਸੁਧਰ ਜਾਓ, ਚੰਗੇ ਪਾਸੇ ਆਓ, ਤਿੰਨਾਂ ਕਾਨੂੰਨ ਕਰੋ ਰੱਦ, ਤੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਤੇ ਬਾਕੀ ਜਿੰਨੀ ਟੋਲੀ ਆ ਤੋਮਰ ਤਾਂ ਵਗੈਰਾ ਤੁਰੇ ਫਿਰਦੇ ਆ, ਉਹਨਾਂ ਨੂੰ ਮੈਂ ਕਹਿਣਾ ਆਓ ਉੱਥੇ ਦਿੱਲੀ ਬਾਰਡਰ ਤੇ ਕਿਸਾਨਾਂ ਕੋਲ ਆ ਜਾਓ, ਉਹ ਕਹੋ ਭਰਾਵੋ ਅਸੀਂ ਤੁਹਾਡੀ ਖੁਸ਼ਹਾਲੀ ਲਈ ਬਣਾਈ ਸੀ, ਜੇ ਤੁਹਾਨੂੰ ਨਹੀਂ ਮਨਜ਼ੂਰ ਤੇ ਆਹ ਰਹੋ, ਅਸੀਂ ਉਹਨੂੰ ਰੱਦ ਕਰਦੇ ਹਾਂ। ਲੋਕੀ ਤੁਹਾਨੂੰ ਅਜੇ ਤੱਕ ਵੀ ਅੱਖਾਂ 'ਤੇ ਚੱਕ ਸਕਦੇ ਆ। ਤਾਂ ਜੇ ਤੁਸੀਂ ਇੱਦਾਂ ਬਦਮਾਸ਼ੀ ਕਰਕੇ ਲੋਕਾਂ ਕੋਲ ਲੋਕੀ ਤੁਹਾਡੇ ਅੱਖ ਨਹੀਂ ਲੱਗਣਾ, ਇਹ ਮਾਹੌਲ ਕਦੀ ਵੀ ਖਰਾਬ ਹੋ ਸਕਦਾ। ਇਸ ਮਾਹੌਲ ਨੂੰ ਖਰਾਬ ਕਰਨ ਲਈ ਸਰਕਾਰ ਨੂੰ ਬੇਨਤੀ ਆ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਓ। ਲੋਕ ਤੁਹਾਡੇ ਨਾਲ ਰਹਿਣਗੇ, ਲੋਕ ਸ਼ਾਂਤੀ ਚਾਹੁੰਦੇ ਆ, ਲੋਕ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਨੂੰ ਲੈਣਾ ਚਾਹੁੰਦੇ ਆ, ਤੇ ਤੁਸੀਂ ਸੁਧਰੋ। ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਤੁਹਾਡੇ ਚੈਨਲ ਦੇ ਰਾਹੀਂ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਕਿਸਾਨ ਨਿਰਪੱਖ ਹੋ ਕੇ ਪਲਾਜ਼ਿਆਂ ਤੇ ਬੈਠੇ ਆ, ਤੁਸੀਂ ਵੀ ਨਿਰਪੱਖ ਹੋ ਕੇ ਕਿਸਾਨਾਂ ਦੇ ਹੱਕ 'ਚ ਆਓ। ਇਹ ਰੈਲੀਆਂ ਕਰਕੇ ਕਿਸਾਨਾਂ ਦਾ ਕੁਝ ਨਹੀਂ ਬਣਨਾ। ਅਸੀਂ 6 ਮਹੀਨੇ 65 70 ਸਾਲ ਦੇ ਬੁਢਾਪੇ ਵਾਲੇ ਲੋਕ ਦਾ ਦਰੀਆਂ ਤੇ ਬੈਠੇ ਆ, ਸਾਡੇ ਨਾਲ ਆ ਕੇ ਬੈਠੋ ਨਾ ਜਰਾ, ਸਾਨੂੰ ਪਤਾ ਲੱਗੇ ਵੀ ਹਾਂ ਸਾਡੇ ਤੈਚੀ ਆ। ਜੇ ਤੁਸੀਂ ਬਾਅਦ 10,000 ਦੀ ਰੈਲੀ ਕਰ ਲਓ, ਉੱਥੇ ਪੈਸੇ ਦੇ ਕੇ ਬੰਦੇ ਇਕੱਠੇ ਕਰਕੇ ਕਰੋ, ਅਜੇ ਤੱਕ ਕਿਸਾਨਾਂ ਦਾ ਬੜਾ ਭਲਾ ਕਰਦੇ, ਇਹ ਕੋਈ ਭਲਾ ਨਹੀਂ ਹੋ। ਭਲਾ ਆਹੀ ਕਾਂਡਾ ਆ। ਆਪਾਂ ਤੁਹਾਡੇ ਸਾਹਮਣੇ ਬੈਠੇ ਆ, ਸਵੇਰੇ ਤੜਕੇ ਮੈਂ ਉਹਨਾਂ ਨੂੰ ਨਤੀਸ਼ ਸਿੰਘ ਹੁੰਦੀ ਆ, ਗੁਰਦੀਪ ਸਿੰਘ ਹੁੰਦੀ, ਬਾਕੀ ਸਾਰੇ ਦੋਸਤ ਆਉਂਦੇ ਆ, ਸਵੇਰ ਤੋਂ ਰਾਤ 24 ਘੰਟੇ ਡਿਊਟੀ ਇੱਥੇ ਆ। ਅਸੀਂ ਕਿਹੜਾ ਤਨਖਾਹਦਾਰ ਆ, ਅਸੀਂ ਆਪਣੇ ਲੋਕਾਂ ਦੀ ਸੇਵਾ ਕਰਨ ਦੀ ਸੇਵਾ ਕਰਦੇ ਆ, ਔਰ ਇਹ ਸੇਵਾ ਆਪਣੇ ਅੰਤਮ ਸਵਾਸਾਂ ਤੱਕ ਕਿਸਾਨੀ ਸੰਘਰਸ਼ ਨੂੰ ਗਾਹਾਂ ਲਿਜਾਉਣ ਲਈ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਧਾਮੀ ਸਾਹਿਬ। ਜਿਵੇਂ ਕਿ ਅਲੱਗ-ਅਲੱਗ ਕਿਸਾਨ ਆਗੂਆਂ ਨਾਲ ਅਸੀਂ ਗੱਲਬਾਤ ਕੀਤੀ ਆ, ਤੇ ਇਹਨਾਂ ਦੇ ਸਾਰਿਆਂ ਦੇ ਵਿਚਾਰ ਲਗਭਗ ਸਾਂਝੇ ਮਿਲਦੇ ਆ ਵੀ ਇਹ ਜਿਹੜਾ ਸ਼ਾਂਤਮਈ ਜਿਹੜਾ ਆ ਇਹ ਸੰਘਰਸ਼ ਚੱਲੂਗਾ, ਤੇ ਇਹ ਜਿੱਤ ਕੇ ਬਿਲਕੁਲ ਜਿਹੜੇ ਕਾਲੇ ਕਾਨੂੰਨ ਜਿਹੜੇ 3 ਇਹ ਕਹਿ ਰਹੇ ਆ ਉਹ ਵਾਪਸ ਕਰਾ ਕੇ ਹੀ ਹਟਣਗੇ। ਪਰ ਸਰਕਾਰ ਦੇ ਜਿਹੜੇ ਨੁਮਾਇੰਦੇ ਉਹ ਬਾਰ-ਬਾਰ ਕਹੀ ਜਾਂਦੇ ਪਏ ਇਹਨਾਂ ਵਿੱਚ ਕੁਝ ਵੀ ਕਾਲਾ ਹੈ ਨਹੀਂ, ਤੇ ਇਹ ਤਾਂ ਜਿਹੜਾ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕੀ ਅੱਗੇ ਹੋਏਗਾ। ਬਹੁਤ ਬਹੁਤ ਧੰਨਵਾਦ। 10 ਟੈਲਰ ਨਿਊਜ਼ ਦੇ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।